ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ। ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵਹੁ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠ ਕੇ ਆਪ ਜੀ ਜੋ ਵਿਸ਼ੇਸ਼ ਰੂਪ ਵਿੱਚ ਹਫ਼ਤਾਵਰੀ ਦੀਵਾਨ ਸਜਾਏ ਜਾਂਦੇ ਹਨ, ਸ਼ਾਮ ਦੇ ਵਕਤ ਤੋਂ ਉਸ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜਿਸ ਵਿੱਚ ਆਪ ਜੀਆਂ ਨੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਨਿਤਨੇਮ ਉਪਰੰਤ ਪਾਵਨ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਇਸੇ ਹੀ ਲੜੀ ਦੇ ਵਿੱਚ ਜੋ ਆਪਾਂ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਆਰੰਭ ਕੀਤੀ ਹੈ, ਆਓ ਉਸ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਅਰਦਾਸ ਕਰੀਏ, ਸਤਿਗੁਰੂ ਜੀ ਸਾਡੇ ਸਭਨਾਂ ਦੇ ਅੰਦਰ ਆਪ ਵਰਤ ਕੇ ਇਸ ਰੱਬੀ ਬਾਣੀ ਦੀ ਵਿਚਾਰ ਦੇ ਨਾਲ ਸਤਿਗੁਰੂ ਜੀ ਸਾਡੇ ਸਭਨਾਂ ਦੀ ਸਾਂਝ ਪਵਾ ਲੈਣ। ਪਿਆਰਿਓ, 15 ਪੌੜੀਆਂ ਦੀ ਵਿਚਾਰ ਹੁਣ ਤੱਕ ਆਪਾਂ ਸਾਂਝੀ ਕਰ ਚੁੱਕੇ ਹਾਂ। ਅੱਜ 16ਵੀਂ ਪੌੜੀ ਦੀ ਵਿਚਾਰ ਆਰੰਭ ਹੋਣੀ ਹੈ। 15ਵੀਂ ਪੌੜੀ ਸੀ ਜਿਹਦੇ ਵਿੱਚ ਸ਼ਬਦ ਆਇਆ ਸੀ, ਦੁਰਮਤ ਬਾਧਾ ਸਰਪਨ ਖਾਧਾ। ਵਿਚਾਰ ਦੀ ਲੜੀ ਸਾਡੀ ਪਕੜ ਵਿੱਚ ਆ ਜਾਵੇ, ਟੂਕ ਮਾਤਰ ਸੁਰਤ ਵਿੱਚ ਆਪਾਂ ਪਿਛਲੀ ਵਿਚਾਰ ਨੂੰ ਤਾਜ਼ਾ ਕਰ ਲਈਏ। ਪ੍ਰਕਰਨ ਚੱਲ ਰਿਹਾ ਸੀ, ਜਿਹੜੇ ਯੋਗੀ ਲੋਕ ਸੀ, ਸਿੱਧ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਉਹਨਾਂ ਦੀ ਵਿਚਾਰ ਗੋਸ਼ਟੀ ਹੋ ਰਹੀ ਹੈ, ਸਵਾਲ ਜਵਾਬ ਹੋ ਰਹੇ ਨੇ ਦੋਨਾਂ ਪਾਸਿਆਂ ਤੋਂ। ਉਹ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਸਵਾਲ ਕਰਦੇ ਨੇ ਤੇ ਸਤਿਗੁਰੂ ਜੀ ਅੱਗੋਂ ਜਵਾਬ ਦਿੰਦੇ ਨੇ। ਅਸਲ ਵਿੱਚ ਗੁਰਮਤਿ ਦਾ ਫਲਸਫਾ ਇਹੀ ਹੈ। ਮੈਂ ਕਈ ਵਾਰ ਸੋਚਦਾ ਹੁੰਦਾ, ਦੁਨੀਆ ਵਿੱਚ ਬਹੁਤ
ਜੋ ਰੱਬ ਦੇ ਨੇੜੇ ਹੋਣ ਦਾ ਦਾਅਵਾ ਕਰਨ ਵਾਲੇ ਸਾਨੂੰ ਮਿਲਦੇ ਨੇ। ਕਈ ਜਿਹੜੇ ਨੇ ਉਹਨਾਂ ਦੀਆਂ ਜਗ੍ਹਾ ਬਣੀਆਂ ਹੋਈਆਂ ਨੇ, ਤੇ ਜਦੋਂ ਵਿਅਕਤੀ ਜਾਂਦਾ ਹੈ ਤੇ ਉਹ ਕੀ ਕਹਿਣਗੇ, ਇਹਨਾਂ ਦਾ ਆਸ਼ੀਰਵਾਦ ਲੈ ਲਈਏ। ਕਿਸੇ ਦੇ ਕੋਲ ਵੀ ਕੋਈ ਜਾਂਦਾ ਹੈ, ਆਸ਼ੀਰਵਾਦ ਲੈਣ ਜਾਂਦਾ ਹੈ, ਕੋਈ ਆਪਣਾ ਦੁੱਖ ਦੱਸਦਾ ਹੈ, ਫਰਿਆਦ ਦੱਸਦਾ, ਕੋਈ ਆਸ਼ੀਰਵਾਦ ਦੇ ਦਿੰਦੇ ਨੇ। ਪਰ ਜਦੋਂ ਆਪਾਂ ਸਤਿਗੁਰੂ ਪਾਤਸ਼ਾਹ ਜੀ ਦਾ ਫਲਸਫਾ ਦੇਖਦੇ ਹਾਂ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਦੇਖਦੇ ਹਾਂ, ਇੱਥੇ ਆਸ਼ੀਰਵਾਦ ਨੂੰ ਕੋਈ ਥਾਂ ਨਹੀਂ। ਇੱਥੇ ਉਪਦੇਸ਼ ਦਿੱਤਾ ਜਾਂਦਾ ਹੈ, ਗੁਰੂ ਉਪਦੇਸ਼ ਦਿੰਦਾ ਹੈ, ਗੁਰੂ ਸਿੱਖਿਆ ਦਿੰਦਾ ਹੈ। ਬੜਾ ਖੂਬਸੂਰਤ ਨੁਕਤਾ ਹੈ, ਜੇ ਕਿਤੇ ਆਪਾਂ ਕੜਚਾ ਜੇ ਸਾਡੇ ਜੀਵਨ ਦੀਆਂ 80% ਸਮੱਸਿਆਵਾਂ ਵੀ ਹੱਲ ਹੋ ਜਾਣ ਤੇ ਦੁੱਖ ਵੀ ਖਤਮ ਹੋ ਜਾਣ, ਕਲੇਸ਼ ਵੀ ਖਤਮ ਹੋ ਜਾਣ ਘਰਾਂ ਵਿੱਚੋਂ, ਜੀਵਨ ਵਿੱਚੋਂ। ਜੇ ਸਾਡੇ ਅੰਦਰ ਕੋਈ ਬਿਰਥਾ ਹੈ, ਕੋਈ ਅਰਦਾਸ ਹੈ, ਕੋਈ ਬੇਨਤੀ ਹੈ, ਗੁਰੂ ਦੇ ਸਨਮੁਖ ਜਾ ਕੇ ਆਪਾਂ ਬਿਆਨ ਕਰਦੇ ਹਾਂ, ਦੱਸਦੇ ਹਾਂ, ਤੇ ਗੁਰੂ ਉਪਦੇਸ਼ ਦਿੰਦਾ ਹੈ, ਸਿੱਖਿਆ ਦਿੰਦਾ ਹੈ, ਜਿਹਨੂੰ ਆਪਾਂ ਕਹਿੰਦੇ ਹੁਕਮਨਾਮਾ। ਉਪਦੇਸ਼ ਕਮਾਈ ਦਾ ਹੈ, ਉਪਦੇਸ਼ ਨੂੰ ਕਮਾਇਆ ਜਾਂਦਾ ਹੈ, ਸਿੱਖਿਆ ਨੂੰ ਜੀਵਨ ਵਿੱਚ ਕਮਾਇਆ ਜਾਂਦਾ ਹੈ। ਤੇ ਜਿਵੇਂ ਜਿਵੇਂ ਅਸੀਂ ਗੁਰੂ ਦਾ ਉਪਦੇਸ਼ ਜੀਵਨ ਵਿੱਚ ਕਮਾਉਂਦੇ ਹਾਂ, ਸਾਡੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ। ਪਰੇਸ਼ਾਨੀਆਂ, ਪ੍ਰੋਬਲਮਾਂ, ਦੁੱਖ, ਕਲੇਸ਼, ਸਾਰੇ ਮਸਲੇ ਹੱਲ ਹੋ ਜਾਂਦੇ ਨੇ। ਸਾਡੇ ਵਿੱਚ ਇੱਕ ਸ਼ਬਦ ਬੜਾ ਪ੍ਰਚਲਿਤ ਹੈ, ਕਿਸੇ ਨੂੰ ਪੁੱਛੋ ਕੀ ਹਾਲ ਹੈ, ਉਹ ਕਹੇਗਾ ਅਕਾਲ ਪੁਰਖ ਦੀ ਬੜੀ ਕਿਰਪਾ ਹੈ। ਕਿਸੇ ਨੂੰ ਕਹੀਏ ਭਾਈ ਤੂੰ ਸਵੇਰੇ ਉੱਠਿਆ ਕਰ, ਜਾਂ ਤੂੰ ਆਹ ਕੰਮ ਕਰਿਆ ਕਰ, ਉਹ ਕਹੇਗਾ ਜਦੋਂ ਰੱਬ ਨੇ ਕਿਰਪਾ ਕੀਤੀ ਆਪਾਂ ਕਰਾਂਗੇ। ਕਿਸੇ ਨੂੰ ਕਹੀਏ ਬਾਣੀ ਪੜ੍ਹਿਆ ਕਰ, ਭਾਈ ਸਾਹਿਬ ਇਹ ਤੇ ਰੱਬ ਦੀ ਕਿਰਪਾ ਨਾਲ ਹੀ ਪੜ੍ਹੀ ਜਾਂਦੀ ਹੈ, ਤੁਹਾਡੇ ਤੇ ਕਿਰਪਾ ਤੁਸੀਂ ਪੜ੍ਹ ਲੈਂਦੇ ਹੋ, ਸਾਡੇ ਤੇ ਵੀ ਜਦੋਂ ਕਰੇਗਾ ਪੜ੍ਹ ਲਾਂਗੇ। ਕਿਰਪਾ ਹੈ ਕੀ? ਕਿਰਪਾ ਦਾ ਬਹੁਤ ਵੱਡਾ ਫਲਸਫਾ ਹੈ। ਗੁਰਪ੍ਰਸਾਦ ਦਾ ਜ਼ਿਕਰ ਆਉਂਦਾ ਹੈ, ਪ੍ਰਸਾਦ ਦਾ ਅਰਥ ਹੀ ਕਿਰਪਾ ਹੈ। ਹੁਣ ਇਹ ਸਮਝਣ ਵਾਲੀ ਗੱਲ ਹੈ, ਕਿਰਪਾ ਦਾ ਭਾਵ ਕੀ ਹੈ? ਕਿਰਪਾ ਕਿਹਨੂੰ ਕਹਿੰਦੇ ਆ? ਕੀ ਕੋਈ ਕਹੇ ਵੀ ਖੇਡ ਵਰਤਨੀ ਹੁੰਦੀ ਹੈ ਜਿਹਨੂੰ ਕਹਿੰਦੇ ਕਿਰਪਾ? ਗੁਰਬਾਣੀ ਦੇ ਮੁਤਾਬਕ ਜੋ ਮੈਂ ਗੁਰਬਾਣੀ ਚੋਂ ਸਮਝਿਆ ਹੈ, ਕਿਰਪਾ ਦੇ 3 ਰੂਪ ਦੱਸੇ ਨੇ ਗੁਰਬਾਣੀ ਨੇ, 3 ਰੂਪ ਵਿੱਚ ਵਰਤਦੀ ਹੈ। ਪਹਿਲੀ ਕਿਰਪਾ ਕੀ ਹੈ? ਸਤਿਗੁਰੂ ਜੀ ਦਾ ਬੜਾ ਖੂਬਸੂਰਤ ਬਚਨ ਹੈ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਇਹ ਜਿਹੜੀ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਇਹ ਰੱਬ ਦੀ ਕਿਰਪਾ ਹੈ, ਇਹ ਸਾਡੀ ਸਮਰੱਥਾ ਨਹੀਂ ਹੈ। ਕਈ ਵਾਰ ਨਾ ਕਈ ਸਟੇਜ ਦੇ ਉੱਤੇ ਬੁਲਾਰੇ ਬੋਲਦੇ ਨੇ, ਤੇ ਮੈਂ ਕਈ ਵਾਰ ਹੈਰਾਨ ਵੀ ਹੁੰਦਾ ਜਦੋਂ ਉਹਨਾਂ ਨੂੰ ਸੁਣਦਾ ਹਾਂ। ਉਹ ਕਹਿ ਦਿੰਦੇ ਵੇਖੋ ਜੀ, ਇਹ ਚੰਗੇ ਕਰਮਾਂ ਦਾ ਫਲ ਹੈ ਕਿ ਮਨੁੱਖਾ ਦੇਹੀ ਮਿਲੀ ਹੈ। ਜਿਹੜੇ ਮਾੜੇ ਕਰਮ ਕਰਦੇ ਨੇ ਉਹਨਾਂ ਨੂੰ ਫਿਰ ਮਨੁੱਖਾ ਦੇਹੀ ਨਹੀਂ ਮਿਲਦੀ। ਤੇ ਮੈਂ ਸੋਚਦਾ ਹੁੰਦਾ ਵੀ ਜੇ ਚੰਗੇ ਕਰਮ ਕਰਨ ਨਾਲ ਮਨੁੱਖਾ ਦੇਹੀ ਮਿਲੀ ਹੈ, ਤੇ ਉਹ ਕਰਮ ਕਿਹੜੀ ਦੇਹੀ 'ਚ ਕੀਤੇ ਹੋਣਗੇ? ਕਿਉਂਕਿ ਮਨੁੱਖ ਤੋਂ ਬਿਨਾਂ ਹੋਰ ਕੋਈ ਕਰਮ ਕਰ ਨਹੀਂ ਸਕਦਾ, ਬਾਕੀ ਸਭ ਭੋਗ ਜੂਨੀ ਹੈ। ਪਸ਼ੂ ਪੰਛੀ, ਕਿੰਨੀ ਰਚਨਾ ਹੈ ਪਰਮਾਤਮਾ ਦੀ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ, ਅਣਗਿਣਤ ਤਰ੍ਹਾਂ ਦੀ ਰਚਨਾ ਹੈ। ਮਨੁੱਖ ਤੋਂ ਬਿਨਾਂ ਹੋਰ ਕੋਈ ਕਰਮ ਨਹੀਂ ਕਰ ਸਕਦਾ, ਜਿੰਨੀ ਵੀ ਰਚਨਾ ਹੈ। ਫਿਰ ਕਿਹੜੀ ਦੇਹੀ ਦੇ ਵਿੱਚ ਚੰਗੇ ਕਰਮ ਕੀਤੇ ਕਿ ਮਨੁੱਖਾ ਦੇਹੀ ਮਿਲ ਗਈ? ਇਹ ਸਾਡੇ ਚੰਗੇ ਕਰਮਾਂ ਦਾ ਫਲ ਨਹੀਂ ਹੈ, ਇਹ ਅਕਾਲ ਪੁਰਖ ਦੀ ਕਿਰਪਾ ਹੈ ਕਿ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਇੱਕ ਤੇ ਇਹ ਰੱਬ ਦੀ ਕਿਰਪਾ, ਇਹ ਸਾਡੇ ਕੋਲ ਵੈਸੇ ਸਾਰਿਆਂ ਨੂੰ ਮਿਲੀ ਹੋਈ ਹੈ। ਕਿਉਂਕਿ ਆਪਾਂ ਕਈ ਵਾਰ ਕਹਿ ਦਿੰਦੇ ਨਾ, ਇਹ ਤੇ ਜਦੋਂ ਰੱਬ ਕਿਰਪਾ ਕਰੂਗਾ ਉਦੋਂ ਹੀ ਹੋਏਗਾ ਜੀ,
ਵਾਹਿਗੁਰੂ ਕਿਰਪਾ ਕਰੇਗਾ ਅਸੀਂ ਵੀ ਬਾਣੀ ਪੜਾਂਗੇ, ਵਾਹਿਗੁਰੂ ਕਿਰਪਾ ਕਰੇਗਾ ਗੁਰਦੁਆਰਾ ਸਾਹਿਬ ਚੱਲ ਜਾ ਕਰਾਂਗੇ, ਵਾਹਿਗੁਰੂ ਕਿਰਪਾ ਕਰੇਗਾ ਤੇ ਅਸੀਂ ਵੀ ਸਾਤਸੰਗ ਕਰ ਲਿਆ ਕਰਾਂਗੇ। ਵੀ ਕਿਰਪਾ ਦਾ ਅਰਥ ਕੀ ਹੈ? ਇੱਕ ਰੂਪ ਹੈ ਆ ਮਨੁੱਖਾ ਦੇਹੀ ਮਿਲੀ ਹੈ। ਦੂਸਰੀ, ਇਸ ਦੇਹੀ ਨੂੰ ਜਿਹੜੀ ਅਕਾਲ ਪੁਰਖ ਪ੍ਰਮਾਤਮਾ ਨੇ ਸਾਨੂੰ ਕਿਰਪਾ ਕੀਤੀ ਹੈ, ਮਨੁੱਖਾ ਦੇਹੀ ਦਿੱਤੀ ਹੈ, ਇਸ ਦੇਹੀ ਨੂੰ ਅਸੀਂ ਵਰਤਣਾ ਕਿਵੇਂ ਹੈ? ਇਹ ਦੇਹੀ ਵਰਤਣ ਲਈ ਮਿਲੀ ਹੈ, ਪਾਲਣ ਲਈ ਨਹੀਂ, ਵਰਤਣ ਲਈ। ਪਾਲਦੇ ਇਸ ਕਰਕੇ ਆ ਕਿ ਇਹਨੂੰ ਵਰਤ ਕੇ ਇਹ ਤੰਦਰੁਸਤ ਰਵੇ, ਇਹਨੂੰ ਵਰਤ ਕੇ ਜੀਵਨ ਦਾ ਮਕਸਦ ਪੂਰਾ ਕਰ ਲਈਏ, ਜਿਸ ਮਕਸਦ ਵਾਸਤੇ ਆਏ ਆ, ਮਸਲਾ ਹੱਲ ਹੋ ਜਾਏ। ਜਿਵੇਂ ਆਪਾਂ ਕੋਈ ਵਹੀਕਲ ਲੈ ਕੇ ਆਉਂਦੇ ਆ, ਗੱਡੀ ਲੈ ਕੇ ਆਉਂਦੇ ਆ, ਉਹਨੂੰ ਧੋਂਦੇ ਆ, ਸਰਵਿਸ ਕਰਾਉਂਦੇ ਆ, ਸਾਰਾ ਕੁਝ ਕਰਦੇ ਆ, ਕਾਹਦੇ ਲਈ? ਤਾਂ ਕਿ ਅਸੀਂ ਆਪਣਾ ਸਫ਼ਰ ਜਦੋਂ ਤੈਅ ਕਰਨਾ ਹੈ, ਮੰਜ਼ਿਲ 'ਤੇ ਜਾਣਾ ਹੈ, ਤੇ ਸੋਹਣੇ ਤਰੀਕੇ ਨਾਲ ਪਹੁੰਚ ਜਾਈਏ, ਕੋਈ ਗੜਬੜ ਨਾ ਹੋਵੇ। ਇਹ ਮਨੁੱਖਾ ਦੇਹੀ ਨੂੰ ਵਰਤਣਾ ਹੈ। ਜੇ ਵਾਹਿਗੁਰੂ ਜੀ ਨੇ ਅੱਖਾਂ ਦਿੱਤੀਆਂ ਨੇ ਤੇ ਅੱਖਾਂ ਵਰਤਣ ਲਈ ਦਿੱਤੀਆਂ ਕਿ ਇਹਨਾਂ ਨਾਲ ਦੇਖਣਾ ਹੈ। ਜ਼ੁਬਾਨ ਦਿੱਤੀ ਹੈ ਤੇ ਬੋਲਣ ਲਈ ਦਿੱਤੀ ਹੈ ਕਿ ਇਹਨਾਂ ਨਾਲ ਬੋਲਣਾ ਹੈ। ਕੰਨ ਸੁਣਨ ਲਈ ਦਿੱਤੇ ਨੇ, ਹੱਥ ਕਰਮ ਕਰਨ ਲਈ ਦਿੱਤੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹੀ ਗੱਲ ਤੇ ਸਿੱਧਾ ਨੂੰ ਕਹੀ ਸੀ ਵੀ ਤੁਸੀਂ ਕਿਰਤ ਨੂੰ ਛੱਡ ਕੇ, ਕਰਮ ਨੂੰ ਛੱਡ ਕੇ ਤੁਸੀਂ ਇੱਧਰ ਬੈਠ ਗਏ ਹੋ ਆ ਕੇ, ਜਦੋਂ ਕਿ ਜੋ ਵੀ ਸਰੀਰ ਦਾ ਅੰਗ ਜਿਸ ਜਿਸ ਵਾਸਤੇ ਪ੍ਰਮਾਤਮਾ ਨੇ ਲਾਇਆ ਹੈ, ਉਹਨੂੰ ਉਸ ਲਈ ਵਰਤਣਾ ਹੈ। ਉਹਨੂੰ ਗਲਤ ਤਰੀਕੇ ਨਾਲ ਨਾ ਵਰਤੀਏ। ਇਸ ਵਾਸਤੇ ਅਕਾਲ ਪੁਰਖ ਨੇ ਕਿਰਪਾ ਕੀਤੀ। ਜੀਵਨ ਦੇ ਵਿੱਚ ਅਸੀਂ ਬੜਾ ਖੂਬਸੂਰਤ ਬਚਨ ਪੜ੍ਹਦੇ ਹਾਂ, ਨਿਤਨੇਮ 'ਚ ਤੁਸੀਂ ਸਰਵਣ ਕੀਤਾ ਹੋਵੇਗਾ। ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਤੇ ਸ਼ਬਦ ਹੈ, ਕਰੋ ਸਾਰੇ ਰਸਨਾ ਸਾਂਝੀ, ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਅੱਗੇ ਪੜ੍ਹੋ ਭਲਾ ਕੀ ਲਿਖਿਆ, ਤਰਸ ਪਿਆ ਮਿਹਰਾਮਤ ਹੋਈ। ਮਿਹਰਾਮਤ ਕਿਹਨੂੰ ਕਹਿੰਦੇ ਆ? ਬਖਸ਼ਿਸ਼, ਮਿਹਰ, ਕਿਰਪਾ। ਤਰਸ ਪਿਆ ਮਿਹਰਾਮਤ ਹੋਈ, ਤੇ ਕੀ ਉਹਦੀ ਮਿਹਰ ਹੋਈ? ਸਤਿਗੁਰ ਸੱਜਣ ਮਿਲਿਆ। ਉਹਦੀ ਕਿਰਪਾ ਹੈ ਕਿ ਸਤਿਗੁਰੂ ਮਿਲ ਗਿਆ। ਇਹ ਜਿਹੜਾ ਸ਼ਬਦ ਮਿਲਿਆ ਹੈ, ਜਿਹੜੀ ਬਾਣੀ ਮਿਲੀ ਹੈ, ਇਹ ਗੁਰੂ ਸ਼ਬਦ ਮਿਲਿਆ, ਸਤਿਗੁਰੂ ਮਿਲਿਆ, ਸਦਾ ਰਹਿਣ ਵਾਲਾ ਜਿਹੜਾ ਸਾਨੂੰ ਗੁਰੂ ਮਿਲਿਆ ਹੈ, ਇਹ ਗਿਆਨ ਜਿਹੜਾ ਮਿਲਿਆ ਹੈ, ਅਕਾਲ ਪੁਰਖ ਦੀ ਕਿਰਪਾ ਹੈ, ਅਕਾਲ ਪੁਰਖ ਦੀ ਬਖਸ਼ਿਸ਼ ਰਹਿਮਤ ਹੈ। ਇਹਨੂੰ ਵੀ ਅਸੀਂ ਵਰਤਣਾ ਹੈ ਜੀਵਨ 'ਚ। ਇਹ ਵੀ ਕਿਰਪਾ ਸਾਡੇ ਕੋਲ ਹੈ। ਹੁਣ ਸਵਾਲ ਖੜਾ ਹੋਵੇਗਾ, ਭਾਈ ਸਾਹਿਬ ਜੀ, ਜਿਹਨੂੰ ਤੇ ਤੁਸੀਂ ਹੁਣ ਸੰਥਿਆ ਲਈ ਹੋਵੇਗੀ, ਤੁਸੀਂ ਤੇ ਸਿੱਖਿਆ ਹੋਵੇਗਾ, ਤੁਹਾਨੂੰ ਤੇ ਪਤਾ ਹੈ ਸ਼ਬਦ ਵਿੱਚ ਕੀ ਲਿਖਿਆ ਹੈ, ਤੇ ਹੁਣ ਸਾਨੂੰ ਪਤਾ ਹੀ ਨਹੀਂ ਇਹਦੇ ਬਾਰੇ। ਵੀ ਹੁਣ ਗੁਰਬਾਣੀ ਪੜ੍ਹਦੇ ਆ, ਇਹਦੇ ਅਰਥਾਂ ਦੀ ਸਮਝ ਨਹੀਂ ਗਈ। ਗੁਰੂ ਸਾਹਿਬ ਨੇ ਫਿਰ ਬੜੀ ਇੱਕ ਬਖਸ਼ਿਸ਼ ਕੀਤੀ। ਗੁਰੂ ਸਾਹਿਬ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ, ਕਹਿੰਦੇ ਭਇਓ ਕਿਰਪਾਲ। ਜਦੋਂ ਅਕਾਲ ਪੁਰਖ ਕਿਰਪਾਲੂ ਹੋਇਆ, ਮਿਹਰ ਵਿੱਚ ਆਇਆ, ਉਹਨੇ ਕੀ ਕੀਤਾ? ਭਇਓ ਕਿਰਪਾਲ ਸਤ ਸੰਗ ਮਿਲਾਇਆ। ਉਹਨੇ ਫਿਰ ਆ ਸਤ ਸੰਗਤ ਦਾ ਮਿਲਾਪ ਬਖਸ਼ ਦਿੱਤਾ। ਸਤ ਸੰਗਤ ਦਾ ਅਰਥ ਹੈ ਜਿੱਥੇ ਸ਼ਬਦ ਦੀ ਵਿਚਾਰ ਹੋ ਰਹੀ ਹੈ, ਜਿੱਥੇ ਬਾਣੀ ਦੀ ਵਿਚਾਰ ਹੋ ਰਹੀ ਹੈ, ਜਿੱਥੇ ਸਤਿਗੁਰੂ ਦੀ ਵਿਚਾਰ ਹੋ ਰਹੀ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ। ਕਿਹੜਾ? ਜੋ ਸਤਿਗੁਰ ਦੀਆ ਬੁਝਾਏ ਜੀ। ਜਿਹੜਾ ਸਤਿਗੁਰੂ ਨੇ ਸਮਝਾਇਆ ਬਾਣੀ ਵਿੱਚ, ਉਹਦੀ ਵਿਚਾਰ ਹੋ ਰਹੀ ਹੈ। ਹੁਣ ਇਹ ਕਿਰਪਾ ਬਖਸ਼ਿਸ਼ ਤੇ ਸਾਡੇ ਸਭਨਾਂ ਨੂੰ ਮਿਲੀ ਹੋਈ ਹੈ। ਮਨੁੱਖਾ ਦੇਹੀ ਸਾਡੇ ਕੋਲ, ਬਾਣੀ ਸਾਡੇ ਕੋਲ, ਸ਼ਬਦ ਸਾਡੇ ਕੋਲ, ਤੇ ਸ਼ਬਦ ਨੂੰ ਸਮਝਣ ਲਈ ਸਤ ਸੰਗਤ ਵੀ ਸਾਡੇ ਕੋਲ। ਗੁਰੂ ਬਖਸ਼ਿਸ਼ ਕਰੇ ਕਿਤੇ ਇਹ ਪ੍ਰਕਰਨ ਸਾਡੀ ਪਕੜ 'ਚ ਆ ਜਾਏ। ਜੇ ਅੱਜ ਆਪਾਂ ਇੱਥੇ ਬੈਠ ਕੇ ਸ਼ਬਦ ਵਿਚਾਰ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਸ਼ਬਦ ਨਾਲ ਜੁੜਦੇ ਹਾਂ, ਸਮਝ ਲੈਣਾ ਵੀ ਉਹ ਕਿਰਪਾਲੂ ਹੋਇਆ ਸਾਡੇ 'ਤੇ, ਬਖਸ਼ਿੰਦ ਹੋਇਆ ਹੈ, ਰਹਿਮਤ ਵਿੱਚ ਆਇਆ ਸਾਡੇ 'ਤੇ। ਇਸ ਤੋਂ ਇਲਾਵਾ ਹੋਰ ਰਹਿਮਤ ਕੋਈ ਨਹੀਂ ਹੈ, ਹੋਰ ਬਖਸ਼ਿਸ਼ ਕੋਈ ਨਹੀਂ ਹੈ।
मैं शायद पिछले दिन ये नुकता साझा किया सी तुहाडे नाल। जिवें सूरज एक ही हुंदा है, पर वो अपनी जिन्नी एनर्जी, जिन्ना प्रकाश संसार के हरेक जो भी रचना है हरेक नूं देंदा है, किरणां दे राहीं देंदा है। ਉਹਦੀ रोशनी, ਉਹਦੀ एनर्जी, ਉਹਦਾ प्रकाश किरणां लैके जांदियां ने, वो वरताउंदियां ने सबना विच। इसे तरह अकाल पुरख एक है, उस अकाल पुरख ने जिन्नी भी मनुखता है उन्होंने अपने शब्द के राही बख्शिश सारी वंडनी होती है। जिमें जिमें शब्द वरतदा है जीवन में, उसकी मेहर वरतदी है, उसकी बख्शिश वरतदी है, उसकी रहमत वरतदी है। विद्वाना ने गुरु के अर्थ किए ने, उन्होंने मुताबिक रूह का अर्थ प्रकाश है, गो का अर्थ अंधेरा, अंधेरे नूं खत्म करके प्रकाश करने वाला गुरु। मैनूं एक होर रूप विच महसूस करदा, जदों आपां गुरबाणी पढ़दे हैं ना, उदों दाते की गल आउंदी है। आपां नितनेम विच भी पढ़दे हैं, सबना जियां का एक दाता, दाता एक ही है, दद्दा दाता एक है, सबको देवनहार, दूसर दाता ना है, कोई दूजा होर दाता नहीं है। दाता कौन है? अकाल पुरख, जिहड़ा सर्व व्यापक है, जिहड़ा तुहाडे अंदर भी है, मेरे अंदर भी है, हर थां ते रमिया होया है। पर जदों भी साडे अंदर एक भावना बनी है, जदों भी असीं कोई दात मंगनी है, कोई अरदास करनी होंदी है, तो गुरु के सन्मुख खड़े होके करते हैं। चाहे गुरुद्वारा साहब, चाहे किते भी है। मैं तो कई ऐसे सज्जन भी देखे ने, वो फिर ਜਿਹੜੇ पासे उन्होंने दिसदा ना भी इस पासे गुरुद्वारा साहब है, कोई अरदास करनी होंदी है, उस पासे मूँह कर लेंदे ने, गुरु वाले पासे। भी गुरु के अगे खलो के अरदास करते हैं, कारण की? परमात्मा तो सर्व व्यापक है, हर थां ते है, तो सिख गुरु के सन्मुख खड़ा होकर अरदास क्यों करता है? नितनेम की अरदास होंदी है, हुण भी समाप्ति ते अरदास होनी, गुरु के सामने खलो के की जानी है। अरदास अकाल पुरख अगे होंदी है, पर खलो के गुरु के सामने की जाती है। इसका कारण की है जो मैं महसूस किया? अकाल पुरख परमात्मा एक घर है, जिस घर चो आप आए हैं तो जिस घर में आप जाना है, घर है। तो गुरु ओदा दर है, दर कहते दरवाजे। इसलिए गुरु द्वारा शब्द वरत्या जाता है। वैसे आप तो हम चलो आम भाषा जो कह दें ना, गुरु घर चले हैं, गुरु घर नहीं है, गुरु द्वारा है। गुरबाणी में भी गुरु द्वारे की गल की, गुरु घर की गल नहीं की। गुरु द्वारा होए सोझी पाए सी। द्वार कहते हैं दरवाजा। अपने पंजाब कह देंगे सी बजुर्ग, आ द्वार बंद कर दो, भेड़ दो, द्वार खोल दो। तो जदों किसी के घरों या किसी के कोलों कुछ मंगना होता है तो दरवाजा खड़काया जाता है। गुरु के सामने क्यों खड़े होकर अरदास करते हैं? दरवाजा खड़काया जाता है। कभी देखिया कि घर की खिड़की जी उन्होंने खड़का के कोई मंग रहा हो? कोई अपने भी आप जो उत्थे रहिंदे हुंदे सां, कई बार कई मंगण वाले आ जाते होंदे सी घरां च आम। कोई खिड़की खड़का के तो नहीं सी कहंदा हुंदा मैनूं भाई रोटी दे जां मैनूं आह चीज़ चाहिदी दे दिओ। दरवाजा खड़काउंदे सी। ते घर दा मालक जो कुछ भी देंदा सी ना, दरवाजे राहीं दिंदा सी। कदी घर के मालक ने इंज नहीं कहा मैं पिछले पासे कंध उत्तों दी सुट्टांगा तो उत्थों लै लई, जां मैं तेन बारी खिड़की राहीं देना। उन्हें दरवाजा खोलना, जो चाहिए अगले नूं दे देना। जदों किसी के घर के अंदर प्रवेश करना होंदा है, दरवाजे राहीं कीता जाता है। इसलिए कहा जाता है कि गुरु तो बगैर परमात्मा के नाल जीवन की एक मिकता नहीं बन सकती, प्रवान नहीं होया जाता। गुरु जरूरी है जीवन में। असीं तुहानूं विचोला कह देंगे, असल च नहीं। जदों रब रूपी घर दे विच प्रवेश करना है तो दरवाजा होना जरूरी है, गुरु वाला होना जरूरी है।
ਤੇ ਜਦੋਂ ਕਿਤੇ ਘਰ ਦਾ ਮਾਲਕ ਮਿਲਦਾ ਵੀ ਹੈ ਤੇ ਦਰਵਾਜ਼ੇ ਦੇ ਰਾਹੀਂ ਹੀ ਮਿਲਦਾ ਹੈ। ਇਸੇ ਲਈ ਸਿੱਖ ਗੁਰੂ ਦੇ ਸਾਹਮਣੇ ਖਲੋ ਕੇ ਅਰਦਾਸ ਕਰਦਾ, ਕਿਉਂਕਿ ਗੁਰੂ ਰੱਬ ਰੂਪੀ ਘਰ ਦਾ ਦਰਵਾਜ਼ਾ ਹੈ ਤੇ ਵਾਹਿਗੁਰੂ ਦੀ ਜਿੰਨੀ ਬਖਸ਼ਿਸ਼ ਹੈ ਗੁਰੂ ਦੇ ਰਾਹੀਂ ਮਿਲਣੀ ਹੈ। ਤੇ ਗੁਰੂ ਦੇ ਕੋਲੋਂ ਜੋ ਵੀ ਬਖਸ਼ਿਸ਼ ਮਿਲਦੀ ਹੈ ਉਹ ਗੁਰੂ ਦੇ ਹੁਕਮਨਾਮੇ ਰਾਹੀਂ, ਸ਼ਬਦ ਰਾਹੀਂ ਮਿਲਦੀ ਹੈ। ਕੋਈ ਵੀ ਅਰਦਾਸ ਹੁੰਦੀ ਪਿੱਛੋਂ ਹੁਕਮਨਾਮਾ ਇਸੇ ਲਈ ਲਿਆ ਜਾਂਦਾ ਹੈ ਕਿ ਹੁਣ ਰੱਬ ਦੀ ਬਖਸ਼ਿਸ਼ ਇਹ ਸ਼ਬਦ ਰਾਹੀਂ ਜਿਹੜੀ ਹੈ ਸਾਨੂੰ ਮਿਲੇਗੀ। ਉਸ ਸ਼ਬਦ ਨੂੰ ਜਿਵੇਂ ਜਿਵੇਂ ਅਸੀਂ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਫਿਰ ਅਪਣਾ ਕੇ ਉਹਨੂੰ ਜਿਉਂਦੇ ਹਾਂ, ਅਪਲਾਈ ਕਰਦੇ ਹਾਂ, ਉਹਦੀ ਬਖਸ਼ਿਸ਼, ਉਹਦੀ ਰਹਿਮਤ ਸਾਡੇ ਜੀਵਨ ਵਿੱਚ ਵਰਤਦੀ ਹੈ। ਸਤਿਗੁਰ ਕਿਰਪਾ ਕਰਨ ਕਿਤੇ ਆ ਖੂਬਸੂਰਤ ਪ੍ਰਕਰਨ ਸਾਡੀ ਪਕੜ 'ਚ ਆ ਜਾਏ। ਇਹ ਸ਼ਬਦ ਦੀ ਵਿਚਾਰ ਦਾ ਭਾਵ ਆ ਹੈ, ਸਤ ਸੰਗਤ ਦਾ ਭਾਵ ਆ ਹੈ। ਇਸ ਲਈ ਖੁਸ਼ ਹੋਇਆ ਕਰੀਏ ਕਿ ਰੱਬ ਦੀ ਕਿਰਪਾ ਹੈ ਮਨੁੱਖਾਂ ਦੇ ਹੀ ਮਿਲੀ, ਵਾਹਿਗੁਰੂ ਦੀ ਬੜੀ ਕਿਰਪਾ ਹੈ ਇਹ ਬਾਣੀ ਮਿਲੀ, ਵਾਹਿਗੁਰੂ ਦੀ ਬੜੀ ਕਿਰਪਾ ਹੈ ਬਾਣੀ ਸਮਝਣ ਲਈ ਆ ਸਤ ਸੰਗਤ ਵੀ ਸਾਨੂੰ ਨਸੀਬ ਹੋ ਗਈ, ਇਹ ਵੀ ਮਿਲੀ ਹੋਈ ਹੈ। ਪ੍ਰਕਰਨ ਚੱਲਿਆ ਸੀ, ਉਹ ਸਵਾਲ ਕਰਦੇ ਨੇ, ਗੁਰੂ ਸਤਿਗੁਰੂ ਨਾਨਕ ਸਾਹਿਬ ਕੋਲ ਜਵਾਬ ਦਿੰਦੇ, ਉਪਦੇਸ਼ ਦਿੰਦੇ, ਸਿੱਖਿਆ ਦਿੰਦੇ ਨੇ ਉਹਨਾਂ ਸਿੱਧਾਂ ਨੂੰ। ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਸਾਰੇ ਹੀ ਅਕਾਲ ਪੁਰਖ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਨੇ, ਫਿਰ ਕੀ ਕਾਰਨ ਹੈ ਕਿ ਜੀਵ ਮਾਇਆ ਦੇ ਬੰਧਨਾਂ 'ਚ ਬੱਝ ਕਿਉਂ ਗਿਆ, ਵਿਕਾਰਾਂ ਦੇ ਬੰਧਨਾਂ ਵਿੱਚ ਜਕੜਿਆ ਕਿਉਂ ਗਿਆ। ਕਾਮੀ ਪੁਰਸ਼ ਨੂੰ ਕਾਮ ਤੋਂ ਬਗੈਰ ਹੋਰ ਕੁਝ ਸੁੱਝਦਾ ਹੀ ਨਹੀਂ, ਕ੍ਰੋਧੀ ਨੂੰ ਕ੍ਰੋਧ ਤੋਂ ਬਿਨਾਂ ਕੁਝ ਨਹੀਂ ਸੁੱਝਦਾ, ਲੋਭੀ ਨੂੰ ਹਰ ਥਾਂ ਤੋਂ ਇਹ ਹੁੰਦਾ ਇੱਥੋਂ ਕੁਛ, ਇੱਥੋਂ ਕੁਛ, ਇੱਥੋਂ ਕੁਛ ਮੈਂ ਹੜੱਪ ਕਰ ਲਾਂ। ਮੂੰਹ ਵਿੱਚ ਫਸਿਆ ਹੋਇਆ ਆਪਣਿਆਂ ਤੋਂ ਇਲਾਵਾ ਦੂਜਿਆਂ ਦੇ ਦੁੱਖ ਦਰਦ ਪੀੜਾ ਨੂੰ ਸਮਝਦਾ ਹੀ ਨਹੀਂ। ਹੰਕਾਰ ਦੇ ਵਿੱਚ ਗਰਸਿਆ ਹੋਇਆ ਜਿਹੜਾ ਹੈ ਉਹ ਇਨਸਾਨ ਨੂੰ ਇਨਸਾਨ ਹੀ ਨਹੀਂ ਸਮਝ ਰਿਹਾ। ਕਾਰਨ ਕੀ, ਬੱਝ ਕਿਉਂ ਗਿਆ ਇਹਨਾਂ ਦੇ ਵਿੱਚ। ਇਹ ਮਨੁੱਖ ਤੇ ਪ੍ਰਮਾਤਮਾ ਦੀ ਪੈਦਾਇਸ਼ ਹੈ, ਰੱਬ ਨੇ ਪੈਦਾ ਕੀਤਾ ਹੈ, ਵਾਹਿਗੁਰੂ ਨੇ ਪੈਦਾ ਕੀਤਾ ਹੈ। ਇਸ ਮਨੁੱਖ ਦੇ ਜੀਵਨ ਜੋ ਕੁਛ ਵੀ ਜੀਵਨ 'ਚ ਵਰਤਦਾ ਸਾਰਾ ਕੁਛ ਰੱਬ ਦਾ ਦਿੱਤਾ ਹੋਇਆ ਹੈ। ਜੇ ਪਾਣੀ ਪੀਂਦਾ ਪਿਆਸ ਮਿਟਾਉਣ ਲਈ, ਪਾਣੀ ਵੀ ਰੱਬ ਦਾ ਦਿੱਤਾ, ਕਿਸੇ ਮਨੁੱਖ ਨੇ ਪੈਦਾ ਨਹੀਂ ਕੀਤਾ। ਜੇ ਸਾਹ ਲੈਣ ਦੀ ਹਵਾ ਲੈ ਰਿਹਾ ਹੈ ਉਹ ਵੀ ਰੱਬ ਦੀ ਪੈਦਾ ਕੀਤੀ ਹੋਈ। ਜੇ ਧਰਤੀ ਦੀ ਗੱਲ ਹੈ ਵਾਹਿਗੁਰੂ ਦੀ ਪੈਦਾ ਕੀਤੀ ਹੈ। ਜਿੰਨੇ ਚੰਦ ਤਾਰੇ ਸੂਰਜ ਜੋ ਕੁਛ ਵੀ ਬਨਸਪਤੀ ਦੇਖ ਰਿਹਾ ਮਨੁੱਖ, ਕਿਤੇ ਬਰਸਾਤ ਹੋ ਰਹੀ ਹੈ, ਕਿਤੇ ਕਿਸੇ ਰੂਪ ਦੇ ਵਿੱਚ ਕੋਈ ਵਰਤ ਰਿਹਾ ਹੈ, ਉਹ ਸਾਰਾ ਕੁਛ ਅਕਾਲ ਪੁਰਖ ਹੀ ਵਰਤ ਰਿਹਾ ਹੈ, ਉਹਦੀਆਂ ਬਖਸ਼ਿਸ਼ਾਂ ਨੇ। ਮਨੁੱਖ ਸਾਰਾ ਕੁਛ ਰੱਬ ਦਾ ਹੀ ਜੀਵਨ ਵਿੱਚ ਹੰਢਾ ਰਿਹਾ ਹੈ। ਫਿਰ ਵੀ ਕੀ ਕਾਰਨ ਹੈ ਕਿ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਬੱਝਾ ਹੋਇਆ ਵਿਕਾਰਾਂ ਦੇ ਹੱਥਾਂ ਦੇ ਵਿੱਚ, ਮਾਇਆ ਦੇ ਬੰਧਨਾਂ ਦੇ ਵਿੱਚ। ਕਾਰਨ ਕੀ ਬਣ ਗਿਆ, ਇਹ ਸਵਾਲ ਕੀਤਾ। ਕਿਉਂ ਕਰ ਬਾਧਾ ਸਰਪਣ ਖਾਧਾ। ਗੁਰੂ ਨਾਨਕ ਜੀ, ਕੀ ਕਾਰਨ ਬਣਿਆ ਕਿ ਰੱਬ ਦਾ ਬਣਾਇਆ ਹੋਇਆ ਮਨੁੱਖ ਬੱਝ ਕਿਉਂ ਗਿਆ ਮਾਇਆ ਦੇ ਬੰਧਨਾਂ 'ਚ, ਜਿਹੜਾ ਇਹਨੂੰ ਮਾਇਆ ਰੂਪੀ ਸੱਪਣੀ ਖਾ ਗਈ। ਮਾਇਆ ਦਾ ਅਰਥ ਕੀ ਹੈ? ਮਾਇਆ ਦਾ ਅਰਥ ਪੈਸਾ ਨਾ ਸਮਝ ਲੈਣਾ ਵੀ ਇਕੱਲਾ ਪੈਸੇ ਨੂੰ ਮਾਇਆ ਕਿਹਾ। ਮਾਇਆ ਦਾ ਭਾਵ ਹੈ ਉਹ ਹਰ ਸ਼ੈ ਜਿਹੜੀ ਮਨੁੱਖ ਦੇ ਮਨ ਨੂੰ ਆਪਣੇ ਵੱਲ ਖਿੱਚਦੀ ਹੈ, ਜਿਹਦੇ ਪ੍ਰਭਾਵ ਵਿੱਚ ਆ ਕੇ ਮਨੁੱਖ ਜੀਵਨ ਦਾ ਮਕਸਦ ਭੁੱਲ ਜਾਂਦਾ ਹੈ ਤੇ ਕੁਰਾਹੇ ਪੈ ਜਾਂਦਾ, ਉਹ ਮਾਇਆ ਹੈ। ਉਹ ਕੋਈ ਉੱਚਾ ਅਹੁਦਾ ਵੀ ਹੋ ਸਕਦਾ ਹੈ, ਉਹ ਧਨ ਦੌਲਤ ਵੀ ਹੋ ਸਕਦੀ, ਪਰਿਵਾਰ ਵੀ ਹੋ ਸਕਦਾ ਹੈ, ਸੋਹਣਾ ਸਰੀਰ ਵੀ ਹੋ ਸਕਦਾ ਹੈ, ਉਹ ਕੁਛ ਵੀ ਹੋ ਸਕਦਾ ਹੈ। ਕਈਆਂ ਦੇ ਕੋਲ ਉਹਨਾਂ ਦਾ ਜ਼ਿਆਦਾ ਗਿਆਨ ਜਿਹੜਾ ਉਹ ਹੀ ਮਾਇਆ ਬਣੀ ਹੁੰਦੀ ਹੈ। ਉਹਦੇ ਪ੍ਰਭਾਵ ਦੇ ਵਿੱਚ ਹੀ ਉਹ ਦੂਸਰੇ ਮਨੁੱਖ ਨੂੰ, ਕਈ ਐਸੇ ਮੈਂ ਧਰਮੀ ਪੁਰਸ਼ ਦੇਖੇ ਨੇ ਜਿਹੜੇ ਆਮ ਮਨੁੱਖ ਨਾ ਅਸੀਂ ਤੇ ਧਰਮੀ ਪੁਰਸ਼ ਆ, ਇੰਨੀਆਂ ਬਾਣੀਆਂ ਪੜ੍ਹਨ ਵਾਲੇ, ਅੰਮ੍ਰਿਤ ਛਕਿਆ, ਉਹ ਅਜੇ ਹੈ, ਸਾਡੇ ਮੰਜੇ ਤੇ ਨਹੀਂ ਤੂੰ ਬਹਿ ਸਕਦਾ। ਦੂਜੇ ਦਾ ਹੱਥ ਲੱਗ ਗਿਆ, ਅਸੀਂ ਨਹੀਂ ਖਾਣਾ। ਇਹ ਮਾਇਆ ਹੀ ਹੈ ਸਾਰੀ। ਇਹਨਾਂ ਦੇ ਬੰਧਨਾਂ 'ਚ ਬੱਝ ਗਿਆ ਮਨੁੱਖ। ਉਹ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕਰਦੇ ਨੇ ਕੀ ਕਾਰਨ ਬਣਿਆ। ਗੁਰੂ ਨਾਨਕ ਸਾਹਿਬ ਜੀ ਫਿਰ ਅੱਗੋਂ ਜਵਾਬ ਦਿੰਦੇ ਨੇ। ਉਹ ਜਵਾਬ ਸੀ ਜਿਹੜੀ 15ਵੀਂ ਪੌੜੀ ਸੀ, ਜਿਹੜੀ ਸਮਾਪਤੀ ਪਿਛਲੇ ਜਦੋਂ ਆਪਾਂ ਦੀਵਾਨ ਦੇ ਵਿੱਚ ਕੀਤੀ ਸੀ। ਮੈਂ ਉਹ ਟੁਕ ਮਾਤਰ ਤਾਂ ਨੁਕਤਾ ਸਾਂਝਾ ਕਰ ਰਿਹਾ ਕਿ ਤਾਂ ਕਿ ਅੱਗੋਂ ਸ਼ਬਦ ਦੀ ਵਿਚਾਰ ਸਾਡੀ ਪਕੜ 'ਚ ਆ ਜਾਏ।
ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਸੀ, ਦੁਰਮਤ ਵਾਧਾ। ਮਨੁੱਖ ਦੁਰਮਤ ਕਰਕੇ ਬਚ ਗਿਆ। ਦੁਰਮਤ ਕੀ ਹੈ? ਦੋ ਚੀਜ਼ਾਂ ਹੁੰਦੀਆਂ ਨੇ, ਜਾਂ ਸੱਚ ਹੈ ਤੇ ਜਾਂ ਝੂਠ ਹੈ। ਜੇ ਸੱਚ ਨਹੀਂ ਹੋਵੇਗਾ ਤੇ ਝੂਠ ਹੋਵੇਗਾ, ਜੇ ਝੂਠ ਨਹੀਂ ਹੈ ਤੇ ਸੱਚ ਹੋਵੇਗਾ। ਵਿਚਲਾ ਮੇਲ ਤੇ ਕੁਝ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਦੁਰਮਤ ਤੇ ਗੁਰਮਤ ਹੈ। ਜੇ ਗੁਰਮਤ ਹੈ ਫਿਰ ਦੁਰਮਤ ਨਹੀਂ ਹੋ ਸਕਦੀ, ਤੇ ਜੇ ਦੁਰਮਤ ਹੈ ਫਿਰ ਗੁਰਮਤ ਨਹੀਂ ਹੋ ਸਕਦੀ। ਤੇ ਦੁਰਮਤ ਦੇ ਅਰਥ ਸਮਝਣੇ ਹੋਣ ਤੇ ਗੁਰਮਤ ਸਮਝ ਲਓ, ਅਰਥ ਆਪੇ ਆ ਜਾਣਗੇ। ਗੁਰਮਤ ਕੀ ਹੈ? ਮਤ ਦਾ ਅਰਥ ਹੈ ਸਿੱਖਿਆ, ਬੁੱਧੀ ਕਹਿ ਲਓ, ਗਿਆਨ ਕਹਿ ਲਓ। ਜਿਹੜਾ ਵੀ ਜੀਵਨ ਵਿੱਚ ਅਸੀਂ ਕੋਈ ਵੀ ਕਰਮ ਕਰਦੇ ਹਾਂ, ਅਗਰ ਉਹ ਗੁਰੂ ਦੀ ਸਿੱਖਿਆ ਦੇ ਮੁਤਾਬਕ, ਗੁਰੂ ਦੀ ਮੱਤ ਦੇ ਮੁਤਾਬਕ ਠੀਕ ਹੈ, ਗੁਰਮਤ ਹੈ। ਤੇ ਜਿਹੜਾ ਵੀ ਕਰਮ ਅਸੀਂ ਕਰਦੇ ਹਾਂ, ਬੇਸ਼ੱਕ ਆਪਣੇ ਵੱਲੋਂ ਅਸੀਂ ਧਰਮ ਦਾ ਕਰਮ ਹੀ ਕਿਉਂ ਨਹੀਂ ਕਰ ਰਹੇ, ਅਗਰ ਉਹ ਗੁਰੂ ਦੀ ਸਿੱਖਿਆ ਦੇ ਮੁਤਾਬਕ ਨਹੀਂ ਠੀਕ, ਉਹ ਦੁਰਮਤ ਹੈ। ਹੁਣ ਜਿਸ ਤਰ੍ਹਾਂ ਬਹੁਤ ਸਾਰੇ ਲੋਕ, ਕੋਈ ਕਿਸੇ ਜਗ੍ਹਾ ਤੇ ਜਾ ਕੇ ਦੀਵੇ ਜਗਾਉਂਦਾ ਹੈ, ਕੋਈ ਕਿਸੇ ਨੂੰ ਮੰਨਦਾ ਹੈ, ਕਿਸੇ ਦੇ ਧਾਗੇ ਬਣਦਾ, ਕਿਸੇ ਦੇ ਕੁਛ ਕਰਦਾ, ਕਿਸੇ ਦੇ ਉਹ ਆਪਣੇ ਨੂੰ ਇਹੀ ਸੋਚਦੇ ਨੇ ਅਸੀਂ ਬੜਾ ਧਰਮ ਦਾ ਕਰਮ ਕਰ ਰਹੇ ਹਾਂ। ਪਰ ਗੁਰੂ ਦੀ ਮੱਤ ਕਹਿੰਦੀ ਹੈ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਕਿਸੇ ਮੰਗ ਡਿਮਾਂਡ ਦੇ ਅਧੀਨ ਹੋ ਕੇ, ਅਕਾਲ ਪੁਰਖ ਦਾ ਘਰ ਛੱਡ ਕੇ ਕਿਸੇ ਹੋਰ ਦੇ ਘਰ ਜਾ ਕੇ ਦਰਵਾਜ਼ਾ ਨਾ ਖੜਕਾਈ। ਜੇ ਕਿਸੇ ਹੋਰ ਦੇ ਅੱਗੇ ਜਾ ਕੇ ਝੋਲੀ ਅੱਡ ਰਿਹਾ ਹੈ, ਕੁਛ ਮੰਗ ਰਿਹਾ ਹੈ, ਕੋਈ ਦਰਵਾਜ਼ਾ ਖੜਕਾ ਰਿਹਾ ਹੈ, ਇਹਦਾ ਮਤਲਬ ਗੁਰਮਤ ਨਹੀਂ, ਇਹ ਦੁਰਮਤ। ਇਸੇ ਕਰਕੇ ਜੀਵ ਬਚ ਗਿਆ, ਇਸੇ ਕਰਕੇ ਮਾਇਆ ਜੀਵ ਨੂੰ ਖਾ ਰਹੀ ਹੈ। ਮਨੁੱਖ ਦੇ ਉੱਤੇ ਜਿਹੜੀ ਚੀਜ਼ ਆਪਣਾ ਪ੍ਰਭਾਵ ਪਾਉਂਦੀ ਹੈ, ਉਹਨੂੰ ਖਾਈ ਜਾ ਰਹੀ ਹੈ, ਖਤਮ ਕਰੀ ਜਾ ਰਹੀ ਹੈ। ਉਹਦੇ ਜੀਵਨ ਦੀਆਂ ਖੁਸ਼ੀਆਂ, ਰਸ, ਆਨੰਦ, ਸਕੂਨ ਖਤਮ ਕਰੀ ਜਾ ਰਹੀ ਹੈ। ਆਪਾਂ ਵੀ ਕਈ ਵਾਰ ਕਹਿ ਦਿੰਦੇ ਨੇ, ਥੋੜਾ ਜਿਹਾ ਇਸ ਦਲਦਲ ਚੋਂ ਬਾਹਰ ਨਿਕਲ ਕੇ ਵੇਖ, ਤੈਨੂੰ ਪਤਾ ਲੱਗੇਗਾ ਕਿੰਨਾ ਖੂਬਸੂਰਤ ਸੰਸਾਰ ਹੈ, ਦੁਨੀਆ ਕਿੰਨੀ ਖੂਬਸੂਰਤ ਹੈ। ਤੂੰ ਤਾਂ ਇਹ ਛੋਟੇ ਜਿਹੇ ਬੰਧਨਾਂ ਦੇ ਵਿੱਚ ਹੀ ਬੱਚਾ ਹੋਇਆ। ਜਿਵੇਂ ਕੋਈ ਕੁੰਡਲੀਆਂ ਮਿਲਾ ਰਿਹਾ, ਕੋਈ ਪੱਤਰੀਆਂ ਮਿਲਾ ਰਿਹਾ, ਕੋਈ ਹੋਰ ਕਿਸੇ ਤਰ੍ਹਾਂ ਦੇ ਦਿਨ ਦਿਹਾੜ ਪੁੱਛ ਰਿਹਾ, ਜੀ ਕਿਹੜਾ ਦਿਨ ਸ਼ੁਭ ਹੈ, ਕਿਹੜਾ ਅਸ਼ੁਭ ਹੈ, ਕਿਹੜਾ ਮਹੀਨਾ ਸ਼ੁਭ, ਕਿਹੜਾ ਅਸ਼ੁਭ ਹੈ। ਭੈਣ ਜੀ ਹੁਣੀ ਸ਼ਬਦ ਗਾਇਨ ਕਰ ਰਹੇ ਸੀ, ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਜਿਹੜੀ ਸਿੱਖ ਦੀ ਜੀਵਨ ਜਾਚ ਹੈ, ਜਿਹਨੂੰ ਅਸੀਂ ਕਹਿ ਸਕਦੇ ਸਾਡੇ ਜੀਵਨ ਦੀ ਮਰਿਆਦਾ। ਤੇ ਮੈਂ ਬੈਠਾ ਸੋਚ ਰਿਹਾ ਸੀ ਵੀ ਵੇਖੋ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕੀ ਉਪਦੇਸ਼ ਦਿੱਤਾ, ਵੀ ਸਿੱਖ ਦੀ ਰੋਜ਼ ਦੀ ਮਰਿਆਦਾ ਕੀ ਹੈ। ਤੇ ਰੋਜ਼ ਦੀ ਮਰਿਆਦਾ ਵਿੱਚ ਬਚਨ ਆਉਂਦਾ ਹੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ। ਜਦੋਂ ਦਿਨ ਜੀਵਨ 'ਚ ਚੜ੍ਹਦਾ ਹੈ, ਗੁਰੂ ਦੀ ਬਾਣੀ ਗਾਉਂਦਾ ਹੈ ਸਿੱਖ। ਪ੍ਰਕਰਨ ਬੜਾ ਖੂਬਸੂਰਤ ਉਹਦੇ 'ਚ ਚੱਲ ਰਿਹਾ। ਹੁਣ ਇੰਨੀ ਵਧੀਆ ਜੀਵਨ ਦੀ ਮਰਿਆਦਾ, ਪਰ ਹਾਲਾਤ ਮਨੁੱਖ ਦੇ ਕੀ ਹੈ। ਜਦੋਂ ਪੋਹ ਦਾ ਮਹੀਨਾ ਹੁੰਦਾ ਹੈ ਨਾ, ਬਹੁਤਿਆਂ ਦੇ ਅੰਦਰ ਇਹੀ ਚੀਜ਼ ਹੁੰਦੀ ਹੈ ਕਿ ਇਹ ਪੋਹ ਦਾ ਮਹੀਨਾ ਸ਼ੁਭ ਨਹੀਂ, ਅਸ਼ੁਭ ਹੈ। ਅਸਲ 'ਚ ਇਹ ਸਾਡੇ ਬਜ਼ੁਰਗਾਂ ਦਾ ਫੈਸਲਾ ਸੀ ਕਿ ਇਹ ਸ਼ਹੀਦੀ ਦਿਹਾੜੇ ਨੇ। ਇਤਿਹਾਸ ਦਾ ਬਹੁਤ ਖੂਬਸੂਰਤ ਇਹ ਖਜ਼ਾਨਾ ਹੈ ਇਸ ਮਹੀਨੇ ਵਿੱਚ। ਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ ਨੇ, ਮਾਤਾ ਜੀ ਦੀ ਸ਼ਹਾਦਤ ਹੋਈ ਹੈ, ਗੁਰੂ ਸਾਹਿਬ ਜੀ ਦਾ ਹੱਸਦਾ ਵਸਦਾ ਅਨੰਦਪੁਰ ਸਾਹਿਬ ਕਿਵੇਂ ਉਜੜਿਆ। ਜੋ ਵੀ ਸਾਰਾ ਇਤਿਹਾਸ ਇੰਨਾ ਵੱਡਾ ਹੈ, ਉਹਨੂੰ ਭੁੱਲ ਕੇ ਲੋਕ ਕਿਤੇ ਹੋਰ ਖੁਸ਼ੀਆਂ ਦੇ ਸਮਾਗਮਾਂ ਦੇ ਵਿੱਚ ਹੋਰ ਢੋਲ ਢਮੱਕਿਆਂ 'ਚ ਹੀ ਮਸਤ ਨਾ ਹੋ ਜਾਣ। ਉਹ ਯਾਦ ਰਵੇ, ਇਸ ਕਰਕੇ ਆਪਣਾ ਕੋਈ ਘਰੇਲੂ ਸਮਾਗਮ ਜਿਹੜਾ ਤੁਸੀਂ ਨਾ ਕਰੋ। ਪਰ ਉਹਨੂੰ ਜੋੜ ਕਿਹੜੇ ਪਾਸੇ ਦਿੱਤਾ ਗਿਆ ਵੀ ਇਸ ਕਰਕੇ ਨਹੀਂ ਇਸ ਮਹੀਨੇ ਵਿੱਚ ਕੋਈ ਵਿਆਹ ਸ਼ਾਦੀ ਜਾਂ ਕੋਈ ਖੁਸ਼ੀਆਂ ਦਾ ਕੀਤਾ ਜਾ ਰਿਹਾ, ਅਸ਼ੁਭ ਹੈ। ਤੇ ਮੈਂ ਸੋਚ ਰਿਹਾ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ ਨੂੰ ਹੋਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਾਂ ਕਹਿੰਦੇ ਰੱਬੀ ਜੋਤ ਹੈ, ਗੁਰੂ ਨਾਨਕ 10ਵੀਂ ਜੋਤ ਵਿੱਚ ਆਏ ਨੇ, ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ 23 ਪੋਹ। ਆਪਾਂ ਈਸਾਈਆਂ ਦੀ ਗੱਲ ਕਰਦੇ ਹਾਂ, ਇਹਨਾਂ ਦਾ ਜਿਹੜਾ
बानी है ईसाई मत का यसु मसीह। पोह का महीना है, 25-26 दसंबर कहने जो छोटे साहबजादों के शहीदी दिहाड़े होंगे हैं, 13-14 पोह का। ਜਿਹੜੇ ਦਿਨਾਂ ਦੇ ਵਿੱਚ ਕੋਈ ਰੱਬੀ ਜੋਤ, ਰੱਬੀ ਅਕਾਲ ਪੁਰਖ ਦਾ ਰੱਬੀ ਨੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵਰਗੇ ਸੰਸਾਰ ਵਿੱਚ ਆਉਂਦੇ ਨੇ, ਉਹ ਤੇ ਬੜੇ ਪਵਿੱਤਰ ਦਿਨ ਨੇ। ਉਹ ਤੋਂ ਪਵਿੱਤਰ ਹੋਰ ਕੀ ਹੋ ਸਕਦਾ। ਫਿਰ ਵੀ ਜਿਹੜਾ ਦਿਨਾਂ ਦਿਹਾੜਾਂ ਦੀ ਵਿਚਾਰ ਕਰਨੀ ਸ਼ੁਭ ਅਸ਼ੁਭ ਵਾਲੀ, ਸਮਝ ਲੈਣਾ ਇਹ ਗੁਰਮਤ ਨਹੀਂ ਹੈ, ਇਹ ਦੁਰਮਤ ਹੈ। ਇਹਨਾਂ ਦੁਰਮਤ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਮਨੁੱਖ ਦਾ ਜਿਹੜਾ ਮਨ ਹੈ ਇਹਨਾਂ 'ਚ ਵੱਜ ਗਿਆ, ਤੇ ਜਿਹੜੀ ਮਾਇਆ ਰੂਪੀ ਸੱਪਣੀ ਹੈ ਉਹ ਇਹਨੂੰ ਖਾਈ ਜਾ ਰਹੀ ਹੈ, ਨਿਗਲੀ ਜਾ ਰਹੀ ਹੈ, ਖਾਈ ਜਾ ਰਹੀ ਹੈ। ਉਹਨੇ ਇੱਥੋਂ ਤੱਕ ਕਰ ਦਿੱਤਾ, ਆਮ ਸੁਣੀ ਦਾ ਰੋਜ਼ ਕੋਈ ਨਾ ਕੋਈ ਖਬਰ ਮਿਲ ਜਾਂਦੀ, ਆਲੇ ਦੁਆਲੇ ਸਮਾਜ ਵਿੱਚ, ਰਿਸ਼ਤੇਦਾਰਾਂ ਦੇ ਵਿੱਚ ਵੀ ਭਰਾ ਭਰਾ ਦੇ ਨਾਲ ਦਾ ਦੁਸ਼ਮਣ ਬਣ ਗਿਆ, ਭੈਣ ਭਰਾਵਾਂ ਦੇ ਰਿਸ਼ਤੇ ਅਦਾਲਤਾਂ ਵਿੱਚ ਧੱਕੇ ਖਾਂਦੇ ਫਿਰਦੇ ਨੇ। ਕਾਹਦੇ ਲਈ? 4 ਛਿਲੜਾਂ ਦੇ ਵੰਡ ਵੰਡਈਏ ਨੂੰ ਲੈ ਕੇ। ਭਰਾ ਭਰਾ ਦਾ ਕਾਤਲ ਬਣਨ ਤੱਕ ਚਲੇ ਜਾਂਦਾ, ਕਾਹਦੇ ਲਈ? 2 ਇੰਚ ਵੱਟ ਵੱਢਣ ਦੇ ਚੱਕਰ ਦੇ ਵਿੱਚ। ਇੰਨਾ ਇਹਨੇ ਖਾ ਲਿਆ ਕਿ ਇੱਕੇ ਕੁੱਖੋਂ ਪੈਦਾ ਹੋਏ, ਖੂਨ ਦਾ ਰਿਲੇਸ਼ਨ, ਇੱਕੇ ਮਾਂ ਦੀ ਗੋਦ ਵਿੱਚ ਅੱਸੇ ਖੇਡੇ, ਇੱਕੇ ਮਾਂ ਤੋਂ ਦੁੱਧ ਪੀਂਦੇ ਰਹੇ, ਇੱਕ ਦੂਜੇ ਦੇ ਦੁਸ਼ਮਣ ਬਣ ਕੇ ਬੈਠ ਗਏ। ਕਿਉਂ ਹੋਇਆ? ਕਿਉਂਕਿ ਗੁਰੂ ਦੀ ਸਿੱਖਿਆ, ਗੁਰੂ ਦੀ ਮੱਤ, ਗੁਰੂ ਦਾ ਉਪਦੇਸ਼ ਛੱਡ ਕੇ ਹੋਰਨਾਂ ਦੀ ਮੱਤ ਦੇ ਪਿੱਛੇ ਤੁਰ ਪਏ ਮਨੁੱਖ, ਹੋਰਨਾਂ ਦੀ ਸਿੱਖਿਆ ਪਿੱਛੇ ਤੁਰ ਪਏ। ਗੁਰੂ ਦੀ ਮੱਤ ਹੋਣੀ ਚਾਹੀਦੀ ਹੈ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਦੀ ਮਰਿਆਦਾ। ਮੈਂ ਕਈ ਵਾਰ ਸੋਚ ਕੇ ਹੈਰਾਨ ਹੁੰਦਾ, ਕਈਆਂ ਨੂੰ ਪੁੱਛਿਆ ਨਾ, ਭਾਈ ਤੁਸੀਂ ਜਿਸ ਤਰ੍ਹਾਂ ਬਹੁਤ ਸਾਰੇ ਵਿਅਕਤੀਆਂ ਨੇ ਆਪਣੇ ਡੇਰੇ ਬਣਾਏ ਹੁੰਦੇ ਨੇ, ਪੁੱਛੇ ਵੀ ਆਹ ਚੀਜ਼ ਕਿਉਂ? ਇਹ ਜੀ ਸਾਡੇ ਮਹਾਂਪੁਰਖਾਂ ਦੀ ਮਰਿਆਦਾ। ਤੇ ਮੈਂ ਸੋਚਦਾ ਹੁੰਦਾ ਵੀ ਮਰਿਆਦਾ ਤੇ ਗੁਰੂ ਦੀ ਹੈ, ਤੇ ਗੁਰੂ ਦੀ ਮਰਿਆਦਾ ਹੈ ਬਾਣੀ, ਸ਼ਬਦ। ਤੇ ਗੁਰੂ ਦੀ ਮਰਿਆਦਾ ਤੋਂ ਬਗੈਰ ਜਿਹੜੀ ਹੋਰ ਕਿਸੇ ਦੀ ਮਰਿਆਦਾ ਹੈ ਉਹ ਗੁਰਮਰਿਆਦਾ ਨਹੀਂ ਹੋ ਸਕਦੀ। ਉਹ ਗੁਰਮਤ ਨਹੀਂ ਹੈ, ਉਹ ਦੁਰਮਤ ਹੈ। ਉਹਨੇ ਹਮੇਸ਼ਾ ਵਿਨਾਸ਼ ਕੀਤਾ ਹੈ, ਨੁਕਸਾਨ ਕੀਤਾ ਹੈ। ਇਹੀ ਕਾਰਨ ਹੈ ਇੱਕ ਵਿਅਕਤੀ ਦੂਜੇ ਵਿਅਕਤੀ ਦਾ ਦੁਸ਼ਮਣ ਬਣ ਕੇ ਬੈਠ ਗਿਆ। ਕਾਹਦੇ ਲਈ? ਇੱਕ ਧਰਮ ਨੂੰ ਮੁੱਖ ਰੱਖ ਕੇ। ਨਹੀਂ, ਸਾਡੇ ਧਰਮ ਦੀ ਮਰਿਆਦਾ, ਸਾਡਾ ਤੇ ਫਲਾਣੇ ਆਹ ਕਹਿੰਦੇ ਨੇ ਮਰਿਆਦਾ, ਇਹ ਦੂਜੇ ਪਾਸੇ ਚੱਲ ਰਿਹਾ, ਇਸ ਕਰਕੇ ਇਹ ਨਹੀਂ ਹੋਣਾ ਚਾਹੀਦਾ। ਮਰਿਆਦਾ ਦੇ ਨਾਂ ਤੇ, ਧਰਮ ਦੇ ਨਾਂ ਤੇ ਲੜ ਰਹੇ। ਕਿਉਂ? ਕਿਉਂਕਿ ਗੁਰੂ ਦੀ ਮਰਿਆਦਾ ਨੂੰ ਛੱਡ ਕੇ ਵਿਅਕਤੀਆਂ ਦੀਆਂ ਮਰਿਆਦਾਵਾਂ ਪਿੱਛੇ ਚੱਲ ਪਏ। ਕਈ ਪੁੱਛਦੇ ਨੇ, ਕਈ ਵਾਰ ਕਈ ਸੱਜਣ ਫੋਨ ਕਰਨਗੇ, ਭਾਈ ਸਾਹਿਬ ਜੀ ਅਸੀਂ ਆਹ ਕੰਮ ਕਰਨਾ, ਤੁਸੀਂ ਦੱਸੋ ਕਿਹੜਾ ਦਿਨ ਠੀਕ ਰਹੇਗਾ ਕੰਮ ਕਰਨਾ, ਤੁਸੀਂ ਦੱਸੋ ਕਿਵੇਂ ਕਰਨਾ ਚਾਹੀਦਾ ਸਾਨੂੰ। ਕਿਉਂ? ਵਾਏ? ਗੁਰੂ ਨੂੰ ਪੁੱਛੀਏ, ਗੁਰੂ ਜੀ ਮੈਂ ਆਹ ਕੰਮ ਕਰਨਾ ਹੈ। ਗੁਰੂ ਦੱਸਦਾ, ਗੁਰ ਪੁੱਛ ਕਾਰ ਕਮਾਏ, ਸਿੱਖ ਦਾ ਅਸੂਲ ਹੈ, ਗੁਰੂ ਨੂੰ ਪੁੱਛ ਕੇ ਕੰਮ ਕਰਦਾ ਹੈ। ਜੇ ਗੁਰੂ ਕਹਿੰਦਾ ਹੈ ਬਾਣੀ ਦੇ ਰਾਹੀਂ ਕਿ ਹਾਂ ਇਹ ਕਰਮ ਕਰਨਾ ਹੈ, ਕਰ ਸਕਦਾ ਹੈ, ਕਰ। ਜੇ ਗੁਰੂ ਕਹਿੰਦਾ ਇਹ ਕਰਮ ਨਹੀਂ ਕਰਨਾ, ਫਿਰ ਨਹੀਂ ਕਰਨਾ, ਚਾਹੇ ਕੁਛ ਵੀ ਹੋਵੇ। ਇੱਥੇ ਤੇ ਮੈਂ ਐਸੇ ਮਨੁੱਖ ਦੇਖੇ ਆ, ਗੁਨਾਹ ਕਰਨ ਲੱਗੇ ਵੀ ਸੋਚਦੇ ਨੇ ਕਿ ਸ਼ਾਇਦ ਆਪਾਂ ਕੋਈ ਸਹਾਰਾ ਗੁਰੂ ਦਾ ਓਟ ਆਸਰਾ ਲੈ ਲਈਏ। ਇੱਥੇ ਆਪਣੇ ਲਾਗੇ ਇੱਕ ਵਿਅਕਤੀ ਹੈ, ਖੈਰ ਜੇ ਕਿਸੇ ਨੂੰ ਕੋਈ ਪਤਾ ਹੋਏਗਾ, ਥੋੜ੍ਹੀ ਬਹੁਤੀ ਘਟਨਾ ਤੁਹਾਨੂੰ ਪਤਾ ਲੱਗ ਜਾਏਗਾ ਕਿਹਦੀ ਗੱਲ ਹੈ। ਮੋਂਟਰੀਅਲ ਤੋਂ ਇੱਕ ਸੱਜਣ ਆਇਆ, ਮੇਰੇ ਕੋਈ ਜਾਣ ਪਛਾਣ ਵਾਲਾ ਉਹਨਾਂ ਦਾ ਰਿਸ਼ਤੇਦਾਰ ਸੀ। ਉਹਨੇ ਰਿਫਿਊਜੀ ਕੇਸ ਪਾਇਆ ਸੀ, ਉਹ ਰਿਜੈਕਟ ਹੋ ਗਿਆ। ਉਹਨੇ ਬਾਰਡਰ ਕ੍ਰਾਸ ਕਰਨਾ ਸੀ, ਇਸ ਗੱਲ ਨੂੰ ਹੋ ਗਏ 6-7 ਸਾਲ। ਉਹ ਕਿਸੇ ਤਰੀਕੇ ਨਾਲ ਬਾਰਡਰ ਕ੍ਰਾਸ ਕਰ ਗਏ ਤੇ ਮੈਂ ਸੇਲਮ ਗਿਆ ਸੀ, ਤੇ ਉਹ ਸੱਜਣ ਮੈਨੂੰ ਉੱਥੇ ਮਿਲਿਆ। ਹੁਣ ਮੈਂ ਪੁੱਛਿਆ, ਮੈਂ ਕਿਹਾ ਤੈਨੂੰ ਰਿਪੋਰਟ ਦਾ ਉਹਨਾਂ ਨੇ ਆਰਡਰ ਕਰਤਾ ਸੀ, ਇੰਡੀਆ ਵਾਪਸ ਜਾਣਾ, ਤੇ ਇੱਥੇ ਅਮਰੀਕਾ ਕਿਵੇਂ? ਉਹ ਕਹਿੰਦਾ ਜੀ ਮੈਂ ਬਾਰਡਰ ਕ੍ਰਾਸ ਕਰ ਲਿਆ। ਤੇ ਮੈਂ ਵੈਸੇ ਪੁੱਛਿਆ, ਮੈਂ ਕਿਵੇਂ ਕੀਤਾ? ਉਹ ਕਹਿੰਦਾ ਜੀ ਫਲਾਣੇ ਨੂੰ ਜਾਣਦੇ ਹੋ ਤੁਸੀਂ? ਮੈਂ ਕਿਹਾ ਹਾਂ। ਮੈਂ ਕਿਹਾ ਉਹ ਤਾਂ ਬੜਾ ਧਾਰਮਿਕ ਬੰਦਾ ਏ, ਵਧੀਆ ਚੋਲਾ ਪਾਉਂਦਾ ਹੈ, ਸਰੂਪ ਬੜਾ ਸੋਹਣਾ ਉਹਦਾ। ਕਹਿੰਦਾ ਬਸ ਅਸੀਂ ਉਹਨੂੰ ਜਾ ਕੇ ਮਿਲੇ। ਉਹਨੇ ਕਿਹਾ $5000 ਲੱਗੇਗਾ। ਮੈਂ ਕਿਹਾ ਫਿਰ?
ਕਹਿੰਦੇ ਜੀ ਜਿੱਦਣ ਬਾਰਡਰ ਕ੍ਰਾਸ ਕਰਨਾ ਸਵੇਰੇ ਸਾਨੂੰ ਉਠਾ ਕੇ ਕਹਿੰਦੇ ਸਾਰੇ ਉੱਥੋਂ ਕੇਸੀ ਇਸ਼ਨਾਨ ਕਰੋ, ਬਾਣੀ ਪੜ੍ਹਨੀ ਹੈ ਤੇ ਗੁਰੂ ਆਪਣੇ ਅੰਗ ਸੰਗ ਸਹਾਈ ਹੋਵੇ। ਤੇ ਮੈਂ ਸੋਚਿਆ ਵੀ 2 ਨੰਬਰ ਦਾ ਕੰਮ ਕਰਨ ਲੱਗੇ, 2 ਨੰਬਰ ਦਾ ਕੰਮ ਕਰਨ ਲੱਗੇ, ਗੁਰੂ ਅੰਗ ਸੰਗ ਸਹਾਈ ਹੋਵੇ। ਕੀ ਇਹਨੂੰ ਗੁਰਮਤ ਕਹਾਂਗੇ ਆਪਾਂ? ਕੀ ਕਹਾਂਗੇ ਗੁਰੂ ਆਸ਼ੇ ਅਨੁਸਾਰ ਹੈ? ਬਹੁਤ ਸਾਰੇ ਕੰਮ ਅਸੀਂ ਘਰਾਂ 'ਚ ਵੀ ਇਸ ਤਰ੍ਹਾਂ ਦੇ ਕਰਦੇ ਹਾਂ, ਜੀਵਨ ਵਿੱਚ ਕਰਦੇ ਹਾਂ, ਜਿਹੜੇ ਕੋ ਕੇ ਕਸਾਈਆਂ ਵਾਲਾ ਕਰਮ ਕਰਦੇ ਨੇ। ਉਹ ਸਮਝਦੇ ਨੇ ਹਲਾਲ ਕਰ ਰਹੇ, ਧਰਮ ਦਾ ਕਰਮ ਹੈ। ਕੀ ਅਸਲ ਵਿੱਚ ਇਹ ਗੁਰਮਤ ਹੈ? ਨਹੀਂ। ਗੁਰਮਤ ਦਾ ਅਰਥ ਹੈ ਕਿ ਜਿਹੜਾ ਕਰਮ ਕਰ ਲਈ ਗੁਰੂ ਹਾਮੀ ਭਰਦਾ ਹੈ ਉਹ ਕਰਮ ਕਰਨਾ। ਜਿਹੜਾ ਕਰਮ ਕਰ ਲਈ ਗੁਰੂ ਹਾਮੀ ਨਹੀਂ ਭਰਦਾ, ਵਰਜਦਾ ਹੈ, ਉਹ ਕਦਾਚਿਤ ਨਹੀਂ ਕਰਦਾ। ਗੁਰੂ ਰਹਿਮਤ ਕਰਿਆ ਅਨੁਕਤਾ ਸਾਡੀ ਪਕੜ 'ਚ ਆ ਜਾਵੇ। ਖੈਰ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਸਮਝਾਇਆ ਸੀ ਵੀ ਦੁਰਮਤ ਕਰਕੇ ਮਨੁੱਖ ਬਚ ਗਿਆ, ਮਾਇਆ ਰੂਪੀ ਸੱਪਣੀ ਇਹਨੂੰ ਖਾ ਕੇ। ਮਨ ਦੇ ਪਿੱਛੇ ਲੱਗਣ ਕਰਕੇ ਸਾਰਾ ਕੁਝ ਗਵਾ ਲਿਆ, ਮਨਮੁਖ ਖੋਇਆ। ਪਰ ਜਦੋਂ ਗੁਰੂ ਦੀ ਸਿੱਖਿਆ, ਗੁਰੂ ਨੂੰ ਮੁੱਖ ਰੱਖ ਕੇ ਜੀਵਨ ਦੇ ਵਿੱਚ ਫੈਸਲੇ ਕਰਨੇ ਸ਼ੁਰੂ ਕਰ ਲਏ, ਕਰਮ ਕਰਨੇ ਸ਼ੁਰੂ ਕਰ ਦਿੱਤੇ, ਜੀਵਨ ਦਾ ਸੁੱਖ, ਜੀਵਨ ਦੀਆਂ ਖੁਸ਼ੀਆਂ ਪ੍ਰਾਪਤ ਹੋ ਗਈਆਂ। ਲਾਧਾ ਦਾ ਅਰਥ ਹੁੰਦਾ ਹੈ ਮਿਲ ਜਾਣਾ। ਆਪਣੇ 'ਚ ਇੱਕ ਇਤਿਹਾਸਕ ਵੀ ਘਟਨਾ ਆਉਂਦੀ ਹੈ ਨਾ, ਜਦੋਂ ਭਾਈ ਮੱਖਣ ਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਉਹਨਾਂ ਨਾਲ ਵਾਰਤਾਲਾਪ ਹੋਈ, ਜਦੋਂ ਦੇਖਿਆ ਕਿ ਅਸਲ ਗੁਰੂ ਤੇ ਇਹ ਨੇ, ਤੇ ਹੋਕਾ ਦਿੱਤਾ ਸੀ ਬਾਹਰ ਨਿਕਲ ਕੇ। ਕੀ ਕਿਹਾ ਸੀ? ਗੁਰੂ ਲਾਧੋ ਰੇ, ਭਾਵ ਗੁਰੂ ਮਿਲ ਗਿਆ, ਗੁਰੂ ਲੱਭ ਗਿਆ। ਕਈ ਸੱਜਣ ਸਵਾਲ ਕਰਦੇ ਨੇ, ਭਾਈ ਸਾਹਿਬ ਤੁਸੀਂ ਖੁਸ਼ੀਆਂ ਦੀ, ਸੁੱਖਾਂ ਦੀ, ਸਕੂਨ ਦੀ ਗੱਲ ਕਰਦੇ ਹੋ, ਲੱਭਦਾ ਤਾਂ ਹੈ ਨਹੀਂ, ਕਿੱਥੇ? ਸਾਨੂੰ ਤਾਂ ਇੰਝ ਲੱਗਦਾ ਸਾਡਾ ਸਕੂਨ ਹੀ ਕਿਸੇ ਨੇ ਖੋਹ ਲਿਆ, ਸਾਡੀਆਂ ਖੁਸ਼ੀਆਂ ਹੀ ਕੋਈ ਲੁੱਟ ਕੇ ਲੈ ਗਿਆ। ਸਾਰਾ ਕੁਝ ਹੈ, ਪਰ ਉਹ ਗਵਾਚਿਆ ਹੋਇਆ ਹੈ, ਉਹ ਲੱਭਣਾ ਹੈ, ਲੱਭ ਨਹੀਂ ਰਿਹਾ ਸਾਨੂੰ। ਅਸੀਂ ਤਾਂ ਹੀ ਦੂਜਿਆਂ ਕੋਲੋਂ ਲੈਣ ਵਾਸਤੇ ਭਟਕਦੇ ਫਿਰਦੇ ਹਾਂ। ਮੈਂ ਪਿਛਲੇ ਦਿਨ ਕਿਹਾ, ਵਾਈਫ ਹਸਬੈਂਡ ਦੀ ਤਕਰਾਰ ਹੋਵੇ ਤੇ ਇਹੀ ਗੱਲ ਹੁੰਦੀ ਹੈ ਨਾ। ਉਹ ਕਹਿੰਦੀ ਜੇ ਤੇਰੇ ਕੋਲੋਂ ਜੀਵਨ ਦੀ ਖੁਸ਼ੀ ਕੋਈ ਨਹੀਂ ਸੀ ਮਿਲਣੀ, ਮੈਂ ਵਿਆਹ ਹੀ ਕਿਉਂ ਕਰਾਂਦੀ? ਉਹ ਵੀ ਕਹਿ ਦੇਗਾ ਜੇ ਮੈਨੂੰ ਪਤਾ ਹੁੰਦਾ ਤੇਰੇ ਕੋਲੋਂ ਜੀਵਨ ਦਾ ਸੁੱਖ ਨਹੀਂ ਸੀ ਮਿਲਣਾ, ਮੈਂ ਵਿਆਹ ਹੀ ਨਾ ਤੇਰੇ ਨਾਲ ਕਰਾਂਦਾ। ਇੱਕ ਦੂਜੇ ਕੋਲੋਂ ਕਿਉਂ ਲੱਭ ਰਹੇ ਆ? ਕਿਉਂਕਿ ਜੋ ਕੁਝ ਸਾਡਾ ਹੈ ਉਹ ਸਾਨੂੰ ਮਿਲ ਨਹੀਂ ਰਿਹਾ। ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਲਾਧਾ। ਜਦੋਂ ਤੁਸੀਂ ਗੁਰੂ ਨੂੰ ਮੁੱਖ ਰੱਖ ਕੇ ਜੀਵਨ ਜਿਉਂਦੇ ਹੋ ਨਾ, ਭਾਵ ਗੁਰੂ ਦੀ ਸਿੱਖਿਆ ਦੇ ਮੁਤਾਬਕ ਜੀਵਨ ਜਿਉਂਦੇ ਹੋ, ਜਿਹੋ ਜਿਹਾ ਜੀਵਨ ਜਿਉਣ ਲਈ ਗੁਰੂ ਕਹਿ ਰਹੇ ਨੇ ਉਹੋ ਜਿਹਾ ਜੀਵਨ ਜਿਉਂਦੇ ਹੋ, ਫਿਰ ਜੋ ਕੁਝ ਵੀ ਤੁਹਾਡਾ ਹੈ ਉਹ ਤੁਹਾਨੂੰ ਲੱਭ ਜਾਂਦਾ ਹੈ। ਉਹ ਸਕੂਨ, ਉਹ ਸੁੱਖ, ਉਹ ਖੁਸ਼ੀ, ਉਹ ਰਸ। ਦੁਨੀਆ ਦੇ ਪਦਾਰਥਾਂ ਵਿੱਚੋਂ ਸੁੱਖ ਨਹੀਂ ਜੇ ਮਿਲਦਾ, ਰਸ ਮਿਲਦੇ ਨੇ, ਤੇ ਰਸ ਸਦਾ ਨਹੀਂ ਰਹਿੰਦੇ। ਰਸ ਕੁਝ ਸਮੇਂ ਦੇ ਹੁੰਦੇ ਨੇ, ਉਨਾ ਕੁ ਸਮਾਂ ਉਹ ਰਹਿੰਦੇ ਨੇ ਜਿੰਨਾ ਕੁ ਸਮਾਂ ਉਹ ਰਸ ਤੁਸੀਂ ਮਾਣ ਰਹੇ ਹੋ। ਉਸ ਤੋਂ ਬਾਅਦ ਉਹ ਰਸ ਖਤਮ ਹੋ ਜਾਂਦੇ। ਇਸ ਲਈ ਬਚਨ ਆਉਂਦਾ ਹੈ, ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਦੁਨੀਆ ਦੇ ਪਦਾਰਥ ਸੁੱਖ ਨਹੀਂ ਦੇ ਸਕਦੇ, ਦੁਨੀਆ ਦੀ ਕੋਈ ਸ਼ੈ ਸਕੂਨ ਨਹੀਂ ਦੇ ਸਕਦੀ, ਦੁਨੀਆ ਦੀ ਕੋਈ ਇਹੋ ਜਿਹੀ ਸ਼ੈ ਨਹੀਂ ਜਿਹੜੀ ਖੁਸ਼ੀ ਦੇ ਸਕੇ। ਉਹ ਰਸ ਦੇ ਸਕਦੇ ਨੇ ਤਾਂ ਰਸ ਸਦਾ ਨਹੀਂ ਰਹਿੰਦੇ। ਰਸ ਸੁੱਕ ਵੀ ਜਾਂਦੇ ਨੇ, ਬੇਰਸ ਵੀ ਹੋ ਜੇ। ਇੱਕ ਫਲ ਵਿੱਚ ਰਸ ਭਰਿਆ ਹੁੰਦਾ ਹੈ, ਕੁਝ ਸਮੇਂ ਬਾਅਦ ਸੁੱਕ ਵੀ ਜਾਂਦਾ ਹੈ। ਸੁੱਖ, ਸਕੂਨ, ਖੁਸ਼ੀਆਂ ਇਹ ਸਾਨੂੰ ਸਾਡੇ ਜੀਵਨ ਨੇ ਦੇਣੀਆਂ ਨੇ, ਇਸ ਮਨੁੱਖਾ ਜੀਵਨ ਨੇ ਦੇਣੀਆਂ ਨੇ। ਇਸ ਮਨੁੱਖਾ ਜੀਵਨ ਵਿੱਚੋਂ ਸਾਨੂੰ ਖੁਸ਼ੀ ਕਿਵੇਂ ਮਿਲੇ, ਸੁੱਖ ਕਿਵੇਂ ਮਿਲੇ, ਸਕੂਨ ਕਿਵੇਂ ਮਿਲੇ, ਉਹਦੇ ਲਈ ਇਹ ਜੀਵਨ ਸਾਨੂੰ ਗੁਰੂ ਦੀ ਸਿੱਖਿਆ ਦੇ ਮੁਤਾਬਕ ਜੀਉਣਾ ਪੈਣਾ। ਜਿਵੇਂ ਜਿਵੇਂ ਗੁਰੂ ਦੀ ਸਿੱਖਿਆ ਮੁਤਾਬਕ ਜੀਵਨ ਜੀਵਾਂਗੇ, ਜੀਵਨ ਵਿੱਚ ਖੁਸ਼ੀ ਵਰਤੇਗੀ, ਜੀਵਨ ਵਿੱਚ ਸਕੂਨ ਹੋਵੇਗਾ, ਸ਼ਾਂਤ ਹੋਵੋਗੇ, ਸਬਰ ਸੰਤੋਖ ਸਿੱਧਕ ਹੋਵੇਗਾ, ਜੀਵਨ 'ਚ ਆਨੰਦ ਹੋਵੇਗਾ, ਖੇੜਾ ਹੋਵੇਗਾ, ਜੀਵਨ ਦੇ ਵਿੱਚ ਸੁੱਖ ਵਰਤੇਗਾ। ਗੁਰੂ ਬਖਸ਼ਿਸ਼ ਕਰੇ ਇਹੀ ਜੇ ਸਾਰਾ
ਸਾਰ ਤੱਤ ਜੀਵਨ ਦੇ ਸੁੱਖਾਂ ਦਾ ਤੇ ਖੁਸ਼ੀਆਂ ਦਾ ਅਸੀਂ ਹੋਰਨਾਂ ਥਾਵਾਂ ਤੋਂ ਲੱਭ ਰਹੇ ਹਾਂ। ਪਿਛਲੇ ਦਿਨੀ ਮੈਂ ਸ਼ਾਇਦ ਉਹ ਇੱਕ ਸਟੋਰੀ ਸੀ ਜਿਹੜੀ ਸਾਂਝੀ ਕੀਤੀ ਸੀ, ਸਕੂਲ 'ਚ ਆਪਾਂ ਪੜ੍ਹਦੇ ਉਦੋਂ ਪੜ੍ਹੀ ਸੀ, ਮੈਂ ਵੀ, ਤੁਸੀਂ ਵੀ ਪੜ੍ਹੀ ਹੋਵੇਗੀ, ਵੀ ਸੜਕ ਦੇ ਕਿਨਾਰੇ 'ਤੇ ਕੋਈ ਬੰਦਾ ਸੀ ਤੇ ਲਾਈਟ ਜਗ ਰਹੀ ਸੀ ਤੇ ਸੂਈ ਲੱਭ ਰਿਹਾ ਸੀ, ਤੇ ਕੋਈ ਰਾਹੀ ਕੋਲ ਦੀ ਲੰਘ ਰਿਹਾ ਸੀ। ਉਹ ਕਹਿੰਦਾ ਕੀ ਲੱਭ ਰਿਹਾ? ਕਹਿੰਦਾ ਜੀ ਸੂਈ ਲੱਭ ਰਿਹਾ। ਕਹਿੰਦਾ ਲਿਆ ਮੈਂ ਵੀ ਤੇਰੇ ਨਾਲ ਲਵਾ ਦਿਆਂ, ਵੀ ਛੋਟੀ ਹੁੰਦੀ ਹੈ, ਚਲ ਮੈਂ ਵੀ ਤੇਰੀ ਮਦਦ ਕਰਾਂਗਾ, ਛੇਤੀ ਲੱਭ ਜੂ। ਕਹਿੰਦਾ ਕਿੱਥੇ ਕਿ ਡਿੱਗੀ, ਕੋਈ ਗਵਾਚੀ, ਕੋਈ ਹੈ ਧਿਆਨ? ਕਹਿੰਦਾ ਹਾਂ ਪਤਾ ਹੈ। ਕਹਿੰਦਾ ਕਿੱਥੇ? ਕਹਿੰਦਾ ਕਮਰੇ ਦੇ ਅੰਦਰ। ਉਹ ਕਹਿੰਦਾ ਗਵਾਚੀ ਕਮਰੇ ਦੇ ਅੰਦਰ ਹੈ, ਲੱਭ ਤੂੰ ਸੜਕ ਦੇ ਕਿਨਾਰੇ 'ਤੇ ਪਿਆ, ਕਿਉਂ? ਕਹਿੰਦਾ ਅੰਦਰ ਅੰਧੇਰਾ ਬੜਾ ਹੈ ਤੇ ਇੱਥੇ ਲਾਈਟ ਜਗ ਰਹੀ ਹੈ। ਉਹ ਹਾਲਤ ਸਾਡੀ ਹੈ। ਖੁਸ਼ੀਆਂ, ਸੁੱਖ, ਰਸ, ਆਨੰਦ ਸਾਡੇ ਜੀਵਨ ਵਿੱਚ ਹੈ, ਅਸੀਂ ਲੱਭ ਹੋਰਨਾਂ ਥਾਵਾਂ 'ਤੇ ਰਹੇ। ਕੋਈ ਕਿਸੇ ਜਗ੍ਹਾ 'ਤੇ ਜਾ ਰਿਹਾ ਹੈ ਸੁੱਖ ਲੱਭਣ ਵਾਸਤੇ, ਕੋਈ ਕਿਸੇ ਵਿਅਕਤੀ ਕੋਲ ਜਾ ਰਿਹਾ ਹੈ, ਕੋਈ ਕਿਸੇ ਪਦਾਰਥ 'ਚ, ਕੋਈ ਕਿਸੇ ਧਨ 'ਚ, ਕੋਈ ਕਿਤੇ। ਕਿਉਂ? ਕਿਉਂਕਿ ਇੱਥੇ ਅੰਧੇਰਾ ਹੈ, ਇੱਥੋਂ ਲੱਭ ਨਹੀਂ ਰਿਹਾ। ਗੁਰੂ ਸਾਹਿਬ ਜੀ ਕਹਿੰਦੇ ਗੁਰੂ ਦੇ ਸ਼ਬਦ ਦਾ ਤੂੰ ਪ੍ਰਕਾਸ਼ ਕਰ ਲੈ ਜੀਵਨ ਵਿੱਚ। ਗੁਰਬਾਣੀ ਇਸ ਜਗ ਮੈਂ ਚਾਨਣ, ਗੁਰ ਕਾ ਸ਼ਬਦ ਉਜਾਰੋ ਦੀਪਾ, ਗੁਰ ਸ਼ਬਦੈ ਕਾ ਉਜਿਆਰਾ। ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਕਰ ਜੀਵਨ 'ਚ, ਭਾਵ ਗੁਰੂ ਦੀ ਸਿੱਖਿਆ ਦੇ ਮੁਤਾਬਕ ਜੀਵਨ ਜਿਉਣਾ ਸ਼ੁਰੂ ਕਰ ਦੇ, ਤੈਨੂੰ ਤੇਰੇ ਜੀਵਨ ਵਿੱਚ ਇਸ ਖੁਸ਼ੀਆਂ, ਸੁੱਖ, ਆਨੰਦ, ਰਸ ਸਾਰਾ ਕੁਝ ਮਿਲ ਜਾਵੇਗਾ, ਸਕੂਨ ਮਿਲ ਜਾਵੇਗਾ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਗੁਰਮੁਖ ਲਾਧਾ। ਗੁਰਮੁਖ ਜਿਹੜੇ ਨੇ, ਭਾਵ ਗੁਰੂ ਨੂੰ ਮੁੱਖ ਰੱਖ ਕੇ ਜਿਹੜੇ ਜੀਵਨ ਜਿਉਂਦੇ ਨੇ, ਗੁਰਬਾਣੀ ਦੇ ਗਿਆਨ ਮੁਤਾਬਕ ਜਿਹੜੇ ਜੀਵਨ ਜਿਉਂਦੇ ਨੇ, ਉਹ ਜੀਵਨ ਵਿੱਚ ਪ੍ਰਾਪਤ ਕਰ ਲੈਂਦੇ ਨੇ ਇਹ ਦਾਤਾਂ। ਅੱਜ ਦਾ ਜਿਹੜਾ ਬਚਨ ਹੈ, ਗੁਰੂ ਸਾਹਿਬ ਜੀ ਕਹਿੰਦੇ ਜਦੋਂ ਜੀਵਨ ਵਿੱਚ ਖੁਸ਼ੀਆਂ, ਰਸ, ਆਨੰਦ ਮਿਲ ਜਾਣ, ਫਿਰ ਕਰਨਾ ਕੀ ਹੈ? ਇਹਨਾਂ ਨੂੰ ਸੰਭਾਲਣਾ ਹੈ, ਕਿਤੇ ਫਿਰ ਨਾ ਗਵਾਚ ਜਾਣ। ਜਿਹੜੀ ਅੱਜ ਦੀ ਪੌੜੀ ਆਰੰਭ ਹੈ, ਜਿਹਦਾ ਪਹਿਲੀ ਪੰਕਤੀ ਹੈ, ਸੁਣ ਨਿਰੰਤਰ ਦੀਜੈ ਬੰਦ। ਸੁਣ ਦਾ ਅਰਥ ਹੁੰਦਾ ਹੈ ਸ਼ੂਨਯ, ਅਫੁਰ ਕਹਿ ਲਓ ਤੁਸੀਂ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਜੀਵਨ ਦਾ ਤੱਤ, ਜੀਵਨ ਦੀ ਖੁਸ਼ੀ, ਜੀਵਨ ਦਾ ਸੁੱਖ, ਰਸ ਤੁਹਾਨੂੰ ਮਿਲ ਜਾਵੇ ਨਾ, ਯੋਗੀ ਲੋਕਾਂ ਨੂੰ ਸਮਝਾ ਰਹੇ ਨੇ ਗੁਰੂ ਸਾਹਿਬ, ਫਿਰ ਇਹਨਾਂ ਨੂੰ ਸੰਭਾਲਣਾ ਹੈ, ਕਿਤੇ ਦੁਬਾਰਾ ਨਾ ਗਵਾਚ ਜਾਣ, ਕਿਤੇ ਇਹ ਚੋਰੀ ਨਾ ਹੋ ਜਾਣ। ਸੰਭਾਲਣਾ ਕਿਵੇਂ ਹੈ? ਗੁਰੂ ਸਾਹਿਬ ਜੀ ਫਿਰ ਉਪਦੇਸ਼ ਦਿੰਦੇ ਨੇ, ਸਮਝਾਉਂਦੇ ਨੇ। ਕਹਿੰਦੇ ਸੁਣ ਦਾ ਅਰਥ ਸ਼ੂਨ ਹੈ, ਅਫੁਰ, ਨਿਰੰਤਰ, ਇੱਕ ਰਸ, ਅਕਾਲ ਪੁਰਖ ਪਰਮਾਤਮਾ। ਜਿਹੜਾ ਅਕਾਲ ਪੁਰਖ ਪਰਮਾਤਮਾ ਇੱਕ ਰਸ ਹੈ, ਹਰ ਥਾਂ ਤੇ ਵਰਤ ਰਿਹਾ ਹੈ, ਉਸ ਅਕਾਲ ਪੁਰਖ ਪਰਮਾਤਮਾ ਨੂੰ ਬੰਧ ਦਾ ਅਰਥ ਹੁੰਦਾ ਹੈ ਬੰਨ੍ਹਣਾ, ਕਹਿ ਲਓ, ਸਪੋਰਟ ਕਹਿ ਲਓ। ਜਿਸ ਤਰ੍ਹਾਂ ਨਾ ਸੌਖਾ ਇਹਨੂੰ ਕਰ ਲਈਏ, ਪਾਣੀ ਵਗ ਰਿਹਾ, ਆਪਾਂ ਆਪਣੇ ਖੇਤ ਵਿੱਚ ਪਾਣੀ ਲਾਉਣਾ ਹੈ ਜਾਂ ਪਾਣੀ ਨੂੰ ਰੋਕਣਾ ਹੈ ਵੀ ਅੱਗੇ ਨਾ ਜਾਵੇ, ਕੀ ਕਰਦੇ ਆ ਜੀ? ਉੱਥੇ ਇੱਕ ਬੰਨ੍ਹ ਬਣਾ ਦਿੰਦੇ ਆ। ਤੁਸੀਂ ਦੇਖੋਗੇ ਨਦੀਆਂ ਦੇ ਬੰਨ੍ਹ ਬਣੇ ਹੁੰਦੇ ਨੇ, ਨਹਿਰਾਂ ਤੇ ਬੰਨ੍ਹ ਬਣੇ ਹੁੰਦੇ, ਖਾਲ 'ਚ ਬੰਨ੍ਹ। ਬੰਧ ਦਾ ਅਰਥ ਵੀ ਇਹੀ ਹੈ, ਪਰਮੇਸ਼ਰ ਦਿੱਤਾ ਬੰਨ੍ਹਣਾ। ਉਹਦਾ ਬੰਨ੍ਹਣਾ ਹੈ ਨਾ, ਉਹਦਾ ਅਰਥ ਵੀ ਇਹੀ ਜੀ, ਬੰਨ੍ਹ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਬੰਨ੍ਹ ਲਾ ਦਿਓ, ਤਾਂ ਕਿ ਇਹ ਕਿਤੇ ਫਿਰ ਵਿਕਾਰ ਜਿਹੜੇ ਨੇ ਇਹਨੂੰ ਚੋਰੀ ਨਾ ਕਰ ਲੈਣ, ਤੁਹਾਡੀਆਂ ਖੁਸ਼ੀਆਂ ਨੂੰ, ਤੁਹਾਡੇ ਸੁੱਖ ਨੂੰ, ਤੁਹਾਡੇ ਸਕੂਨ ਨੂੰ, ਉਹ ਦੁਬਾਰਾ ਨਾ ਕਿਤੇ ਤੁਹਾਡੇ ਕੋਲੋਂ ਖੋਹ ਲੈਣ। ਭਾਵ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਬੰਨ੍ਹ ਦਾ ਅਰਥ ਕੀ ਹੋ ਗਿਆ? ਰਸਨਾ, ਅੱਖਾਂ, ਕਰਨ, ਸਰੀਰ ਦੇ ਜਿੰਨੇ ਇੰਦਰੀ ਨੇ, ਇਹ ਜਦੋਂ ਵੀ ਕੋਈ ਕਿਰਿਆ ਕਰਦੇ ਨੇ, ਕਰਮ ਕਰਦੇ ਨੇ, ਗੁਰੂ ਦਾ ਸ਼ਬਦ ਜਿਹੜਾ ਹੈ ਉਹ ਪਹਿਲਾਂ ਹੋਵੇ। ਇਹਨੂੰ ਹੋਰ ਸੌਖਾ ਕਰ ਲਵਾਂ, ਸਪੋਜ਼ ਕਰੋ ਮੈਂ ਅੱਖਾਂ ਨਾਲ ਦੇਖਣ ਲੱਗਾ, ਸੁਰਤ ਵਿੱਚ ਗੁਰੂ ਦਾ ਸ਼ਬਦ ਹੋਵੇ, ਦੋਏ ਦੋਏ ਲੋਚਨ ਪੇਖਾਂ,
हों हर बिन अवर ना देखा। मैं कुछ सुन लगा, गुरु का शब्द सुरत विच होवे, ए श्रवणो मेरे हो, हर साचै सुनने नो पठाए। सपोज करो मैं बोलन लगा, किसी नाल गल कर लगा, कुछ कहन लगा, सुरत विच होवे, मूहों के बोलन बोलीए, जित सुन धरे प्यार। मैं हत्थां नाल कोई कर्म कर लगा, सुरत विच शब्द होवे गुरु दा, सो किश कर जित मैल ना लागे। मैं मन दे नाल कुछ सोचन लगा, किसी दे बारे या कुछ भी सोचन लगा, सुरत विच गुरु दा शब्द होवे, मन तू जोत स्वरूप है, अपना मूल पछाण। जो सुरत विच ये चीज़ होवेगी, सुभावक है असीं फिर गलत करांगे कुछ नहीं। बन आ गया ना, गुरु साहब जी बख्शिश करते हैं, उस अकाल पुरख वाहिगुरू परमात्मा के नाम का बन ला। ये नाल होवेगा की फिर? गुरु जी कहते उड्डै ना हंसा। हंस किनू क्या? उडारी मारन वाला। साडे अंदर उडारी कौन मारदा जी? मन। फिर तेरा मन भटकेगा नहीं। जो मन की भटकना खत्म हो गई तो सुकून आ गया। सुकून का अर्थ की है? शांत। भटकना खत्म। गुरु जी कहते जो परमेश्वर के नाम का तू बन्ना ला लिया ना, फिर वेखेगा कि उड्डै ना हंसा। ये मन जिहड़ा है ये फिर उडारियां नहीं भरेगा, ये भटकेगा नहीं। जिस तरह हुण ते है ना, कबहू जियड़ा ऊब चढ़त है, कबहू जाए प्याले, लोभी जियाड़ा थिर ना रहत है, चारे कुंडा पाले। फिर ये उडारियां नहीं मारेगा, ये शांत हो जाएगा। उड्डै ना हंसा, पड़ै ना कंध। कंध का अर्थ है ए शरीर। पड़ा का अर्थ होंगे जिस तरह ना खास करके भैणां छेती समझ लैणगियां, आपां कपड़ा खरीदण जाते हैं। पहलां हुंदा सी, असीं छोटे छोटे हुंदे देखदे हुंदे सी, पिंडां दे विच ना फेरी लाउण वाले हुंदे सी कपड़े दी। ते जदों माता ने कपड़े लैणे ते उन्हां ने कपड़े नूं खिच के वेखना कि छिजदा ते नहीं। छिजण दा अर्थ की है? कमज़ोर। गुरु साहब जी कहते मन शांत हो जाएगा, भटकना खत्म हो जाएगी, तो तेरे शरीर की सत्या भी जिहड़ी है वो खत्म नहीं होगी, शरीर भी तंदुरुस्त रहेगा। किसी भी डॉक्टर चंगे नूं पुछ के देख लो, वो तुहानूं दसेगा 95% शरीर विच बीमारियां, रोग का कारण चिंता है। तो चिंता का संबंध किहदे नाल है? मन नाल। चिंता शरीर की बीमारी तो नहीं गी, कोई मन की बीमारी है। टेंशन जो ये सब मन नाल जुड़े। वो कहते 95% शरीर दी बीमारियां का जन्म ही ये तो होता है। शरीर को कमजोर ही ये करती है। गुरु जी कहते जो मन तेरा भटकेगा नहीं तो फिर शरीर भी कमजोर नहीं होगा, तंदुरुस्त रहेगा। पहले समय दे विच साडे बजुर्ग वड्डे वडेरे नहीं सी चिंतावां, तो शरीर किन्ने तंदुरुस्त सी। जिवें जिवें टेंशनां साडे अंदर चिंतावां, मन की भटकना वधी, शरीर भी जिहड़े कमज़ोर होने शुरू। हुण ते मेरे वर्गे ने बहना होवे ते लभदा किते ढोल ला के बैठण लई थां वेखां। शरीरक नहीं सत्या रह गई। मैं अक्सर कहना ना, पुराने इतिहास पढ़दे असीं, साडे बजुर्गां दे मुगलां नाल लड़ाई, किसी नाल भी लड़ाई, ते तलवारां नेजे वाहुणे, ते किन्ने किन्ने भारे हुंदे सी वो शस्त्र। 18 शेर का खंडा बाबा दीप सिंह का दस्सिया जाता। ते किन्ने किन्ने घंटे लगातार वो फेरदे हुंदे सी जंग च। शरीर नहीं सी थकदे। हुण आ 2 किलो की हुंदी है, 2.5 फुट लंबी जिहड़ी शमशीर, 5 मिनट हवा दे विच किसी नूं कहे तूं घुमाउणी है, साह फुल जाएगा। शरीर च सत्या नहीं है। क्यों? क्योंकि मन अशांत है, मन च भटकना है। असीं जिन्ना ज़्यादा सोचते हैं, साडे अंदर की एनर्जी उन्नी ज़्यादा खचत होंदी है।
जिन्ना ज़्यादा देखते उन्नी एनर्जी खत्म जी साड़ी वो घटती है। जिन्ना ज़्यादा बोलते हैं, जिन्ना ज़्यादा सुनते हैं, साडे अंदरों एनर्जी उन्नी लॉस होती है। अपने ना काम कहावत होंदी सी पिंडां थावां ते, कहते जिसलै खिडारी खेडते होंदे ना, जिस तरह कबड्डी जां कोई कुश्ती खेडनी, उन्हें कहना फलाने बंदे की पकड़ जी अन्ने के जफ्फे वर्गी आ। आम ये शब्द वरते जाते सी। अंधे का जफ्फे का भाव की, उन्होंने अखां नाल दिखाई नहीं देता, वो एनर्जी सेव है, स्ट्रोंग बहुत होंगी पकड़। असी जिन्ना ज़्यादा बोलते हैं, जिन्ना ज़्यादा सुनते हैं, जिन्ना ज़्यादा सोचते हैं, साडी बॉडी साडा शरीर उन्ना वीक होता है। गुरु जी कहते जो मन शांत हो जाएगा, मन में कोई चिंता है ही नहीं, भटकना है ही नहीं, शरीर भी तंदुरुस्त रहेगा। किड्डी खूबसूरत दवाई है गुरु साहब ने उपदेश के राही सानू दिती। वाहिगुरु परमेश्वर के नाम का बन ला लो, भाव अपनी सुरत विच अकाल पुरख के नाम नूं वसा लो। कुछ भी कर लगे हो, मेरा वाहिगुरु मैनूं आग्या देंदा कि नहीं, आग्या देंदा तो किवें करना है, बस इन्ना काम कर लो, मन भी शांत हो जाएगा, शरीर भी तंदुरुस्त रहेगा। हाँ कोई एक्सीडेंट हो गया, कोई होर रीजन है, वो अलग चीज़ है। सहज गुफा घर जाने साचा। सहज का अर्थ है टिका, अडोल, जिथे भटकना ना हो, शांत चित। अडोल अवस्था रूपी गुफा, गुफा का अर्थ है जिथे टिकना है। अकाल पुरख वाहिगुरु परमात्मा दे, क्योंकि मैं पिछले दिन एक नुकता साझा किया, तुहानूं याद होगा, ये दोबारा कई बार मैं तां रिपीट कर रहा कि सुरत च ताज़ा हो जाए। मैं तो बेनती की सी भी मिलाप की गल है, रब्बी मिलाप की गल चलती है, रब नाल मिलण की गल चलती है। तो जो मिलना होंदा ना किसी नूं, मिलाप का असी हुंदा वा, उदों ये हुंदा भी सपोज करो एक दौड़ रहा तो एक खड़ा है, मिलणगे कदों, जां तो जिहड़ा दौड़ रहा वो भी खड़ा हो जाए उत्थे तां मिल सकते हैं, जां जिहड़ा खड़ा वो भी नाल दौड़े तां मेल हो सकता। एक हुण खड़ा है तो एक दौड़ रहा है, मिलाप नहीं हो सकता। अकाल पुरख परमात्मा शांत चित है, सहज विच है, अडोल है, अचल है, वो भटकदा नहीं है। जे उहदे नाल मिलना है फिर सानू भी उहो जिहा बनना पएगा, अडोल होना पवेगा, शांत चित होना पवेगा, सहज अवस्था च आउणा पवेगा, तां ही उहदे नाल एकमिक हो सकते हैं। पानी ही पानी विच एकमिक हुंदा है, जो किसी नाल मिलना है एकमिक होना है, पानी ही पानी च मिलेगा। तो जे वाहिगुरु परमात्मा शांत चित है, सहज विच है, अडोलता च है, टिका विच है, फिर साडे जीवन साडे मन नूं भी उस अवस्था दे विच आउणा पवेगा, शांत होना पवेगा, सहज अवस्था च आउणा पवेगा। गुरु साहब जी बख्शिश करते हैं, जिहड़े जीवन का सहारा अकाल पुरख परमात्मा के नाम नूं बना लैंदे ने, वो फिर अपने अंदर ही उस अकाल पुरख वाहिगुरु परमात्मा के सहज अवस्था का टिकाणा लभ लैंदे ने। सहज गुफा घर जाणै साचा, सच्चे परमात्मा का घर वो सहज अवस्था है। रब कोई व्यक्ति नहीं है, रब कोई दिखाई देने वाली चीज नहीं है, रब एक अवस्था है। साडा जदों मन भी उस अवस्था दे विच टिक जाता है, उस अवस्था विच जुड़ जाता है, सौखा कर लूँगा। गुरबाणी विच मैं मंगलाचरण के रूप में जिहड़ा साडा मूल मंत्र है वो उचारण किया सी, एक ओंकार तो लैके गुरप्रसाद तक, ये साडा मंगलाचरण मूल मंत्र है। वो की है, वो अकाल पुरख वाहिगुरु परमात्मा के रब्बी स्वरूप नूं बयान किया कि वाहिगुरु की है। वाहिगुरु एक है, सर्व व्यापक है। हुण सर्व व्यापक की कोई दिखण वाली चीज़ तो नहीं है। सतनाम सदीवी होंद वाला है,
ਕਰਤਾ ਰਚਨਹਾਰ ਪੁਰਖ ਜੋ ਰਚਿਆ ਉਹਦੇ ਵਿੱਚ ਪਰਿਪੂਰਨ ਹੈ। ਨਿਰਭਉ ਡਰ ਤੋਂ ਰਹਿਤ। ਇਹ ਕੋਈ ਦਿਖਾਈ ਦੇਣ ਵਾਲੀ ਚੀਜ਼ਾਂ ਨਹੀਂ ਹਨ, ਇਹ ਕੀ ਹੈ? ਅਵਸਥਾ ਹੈ। ਅਕਾਲ ਪੁਰਖ ਨਿਰਵੈਰ ਹੈ। ਨਿਰਵੈਰ ਤਾਂ ਕੋਈ ਦਿਖਾਈ ਦੇਣ ਵਾਲੀ ਚੀਜ਼ ਥੋੜੀ ਹੈ। ਅਕਾਲ ਪੁਰਖ ਪ੍ਰਮਾਤਮਾ ਨਿਰਵੈਰ, ਨਿਰਭਉ, ਨਿਰਵੈਰ, ਅਕਾਲ, ਸਮੇਂ ਦੇ ਪ੍ਰਭਾਵ ਤੋਂ ਰਹਿਤ, ਜਿੱਥੇ ਸਮੇਂ ਦਾ ਕੋਈ ਅਸਰ ਨਹੀਂ ਹੈ, ਕੋਈ ਦਿਖਾਈ ਦੇਣ ਵਾਲੀ ਚੀਜ਼ ਨਹੀਂ ਹੈ, ਉਹ ਅਵਸਥਾ ਹੈ। ਇਹ ਉਸ ਅਵਸਥਾ ਦੇ ਵਿੱਚ ਜਦੋਂ ਸਾਡਾ ਮਨ ਟਿਕ ਜਾਂਦਾ ਹੈ, ਉਸ ਅਵਸਥਾ ਵਿੱਚ ਟਿਕਾਣਾ ਕਰ ਲੈਂਦਾ ਹੈ, ਉਦੋਂ ਅਕਾਲ ਪੁਰਖ ਪ੍ਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ। ਉਦੋਂ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਉਹਨੂੰ ਆਪਾਂ ਕਹਿੰਦੇ ਹਾਂ ਰੱਬੀ ਮਿਲਾਪ ਹੋ ਗਿਆ। ਜਦੋਂ ਨਿਰਭਉ ਹੋ ਜਾਂਦੇ ਆ, ਨਿਰਵੈਰ ਹੋ ਜਾਂਦੇ ਆ, ਸਭੇ ਦੇ ਪ੍ਰਭਾਵ ਤੋਂ ਰਹਿਤ ਹੋ ਜਾਂਦੇ ਆ। ਸਰਬ ਵਿਆਪਕ, ਸਭਨਾਂ ਵਿੱਚ ਵਾਹਿਗੁਰੂ ਪ੍ਰਮਾਤਮਾ ਵਿਆਪਕ ਹੈ। ਜਦੋਂ ਅਸੀਂ ਵੀ ਸਭਨਾਂ ਦੇ ਨਾਲ ਜਿਸ ਤਰ੍ਹਾਂ ਦਾ ਪਿਆਰ ਮੈਂ ਆਪਣੇ ਔਲਾਦ ਨੂੰ ਕਰਦਾ, ਉਸੇ ਤਰ੍ਹਾਂ ਜਦੋਂ ਮੈਂ ਦੂਸਰਿਆਂ ਦੇ ਬੱਚਿਆਂ ਨੂੰ ਵੀ ਮਹਿਸੂਸ ਕਰਨ ਲੱਗ ਪੈਂਦਾ, ਉਹਨੂੰ ਕਹਾਂਗੇ ਸਰਬ ਵਿਆਪਕਤਾ। ਚਾਹੇ ਕੋਈ ਹਿੰਦੂ ਹੈ, ਕੋਈ ਮੁਸਲਿਮ ਹੈ, ਕੋਈ ਈਸਾਈ ਹੈ, ਕੋਈ ਸਿੱਖ ਹੈ, ਕੋਈ ਬੋਧੀ ਹੈ, ਕੋਈ ਜੈਨੀ, ਜੋ ਸਾਰਿਆਂ ਨੂੰ ਅਸੀਂ ਇੱਕ ਥਾਂ ਤੇ ਇੱਕ ਰੂਪ ਵਿੱਚ ਮੰਨਣ ਲੱਗ ਪੈਂਦੇ ਹਾਂ। ਮੰਨਣਾ ਕੀ? ਮਹਿਸੂਸ ਕਰਨ ਲੱਗ ਪੈਂਦੇ ਹਾਂ। ਉਹਨੂੰ ਕਹਿੰਦੇ ਸਰਬ ਵਿਆਪਕ, ਸਰਬ ਵਿਆਪਕਤਾ। ਇੱਥੇ ਦੇ ਪੱਗ ਦੇ ਰੰਗਾਂ ਨੂੰ ਵੇਖ ਕੇ ਫਤਿਹ ਦਾ ਜਵਾਬ ਦੇਈਦਾ। ਇੱਥੇ ਵੈਨਕੂਵਰ ਦੇ ਵਿੱਚ ਹੀ ਕੀਰਤਨ ਕਰਦੇ ਨੇ ਸਵੇਰ ਸਵੇਰ, ਤੇ ਉਹ ਗੋਲ ਬੰਨ੍ਹਦੇ ਨੇ ਦਮਾਲਾ, ਤੇ ਮੈਂ ਵੀ ਕਦੀ ਕਦਾਈ ਗੋਲ ਬੰਨ੍ਹ ਲੈਣਾ ਹੁੰਦਾ। ਤੇ ਉਹਨਾਂ ਨੇ ਮੇਰੇ ਚਿਹਰੇ ਵੱਲ ਨਾ ਦੇਖਿਆ, ਤੇ ਮੈਂ ਗੋਲ ਦਮਾਲਾ ਬੰਨ੍ਹਿਆ ਸੀ। ਸਵੇਰ ਤੜਕੇ ਜਿਹਦਾ ਟਾਈਮ ਸੀ, ਮੈਂ ਪਿੱਛੇ ਆ ਗਿਆ ਤੇ ਮੈਂ ਫਤਿਹ ਬੁਲਾਈ। ਉਹਨਾਂ ਵੀ ਅੱਗੋਂ ਗੱਜ ਵੱਜ ਕੇ ਫਤਿਹ ਬੁਲਾਈ। ਤੇ ਜਦੋਂ ਉਹਨਾਂ ਮੇਰੇ ਚਿਹਰੇ ਵੱਲ ਵੇਖਿਆ ਨਾ, ਕਹਿੰਦੇ ਉਹਦਾ ਮਤਲਬ ਕੀ ਵੀ ਇਹ ਤੇ ਸਾਡੇ ਗਰੁੱਪ ਦਾ ਬੰਦਾ ਨਹੀਂ ਗਾ, ਇਹ ਤੇ ਦੂਜੇ ਗਰੁੱਪ। ਸਰਬ ਵਿਆਪਕਤਾ ਕਿੱਥੇ ਰਹਿ ਗਈ? ਸਰਬ ਵਿਆਪਕਤਾ ਕਿੱਥੇ ਹੈ? ਮਾਂ ਧੀ ਨੂੰ ਕਿਸੇ ਹੋਰ ਰੂਪ ਵਿੱਚ ਮਹਿਸੂਸ ਕਰਦੀ ਹੈ ਆਪਣੇ ਅੰਦਰ, ਨੌਂ ਨੂੰ ਕਿਸੇ ਹੋਰ ਰੂਪ ਵਿੱਚ। ਸਰਬ ਵਿਆਪਕਤਾ ਕਿੱਥੇ ਹੈ? ਗੁਰੂ ਬਖਸ਼ਿਸ਼ ਕਰੇ ਕਿਤੇ ਇਹ ਨੁਕਤੇ ਸਾਡੇ ਸਮਝ ਆਉਣ। ਇਸੇ ਤਰ੍ਹਾਂ ਨੌਂ ਧੀ ਦੀ ਗੱਲ ਕਰੀਏ, ਸੱਸ ਨੂੰ ਕਿਸੇ ਹੋਰ ਰੂਪ ਵਿੱਚ, ਮਾਂ ਨੂੰ ਕਿਸੇ ਹੋਰ ਰੂਪ ਵਿੱਚ, ਫਿਰ ਸਰਬ ਵਿਆਪਕਤਾ ਕਿੱਥੇ ਹੈ? ਇਹ ਸਰਬ ਵਿਆਪਕਤਾ ਦੇ ਵਿੱਚ ਸਾਡੇ ਮਨ ਨੇ ਆਉਣਾ ਹੈ। ਮਨ ਸਾਡਾ ਸਰਬ ਵਿਆਪਕ ਹੋਵੇ। ਮੈਂ ਜਿਸ ਰੂਪ ਦੇ ਵਿੱਚ ਆਪਣੀ ਔਲਾਦ ਨੂੰ, ਧੀ ਪੁੱਤ ਨੂੰ, ਸਭਨਾਂ ਦੇ ਧੀ ਪੁੱਤ ਉਸੇ ਰੂਪ ਵਿੱਚ ਮਹਿਸੂਸ ਕਰਾਂ। ਔਰ ਇਹ ਸਾਡੀ ਮਰਿਆਦਾ ਹੈ। ਕਿਤੇ ਪੜ੍ਹ ਕੇ ਦੇਖੀਏ ਅਸੀਂ ਪੁਰਾਣੇ ਇਤਿਹਾਸ, ਆਪਣੇ ਖੂਬਸੂਰਤ ਇਤਿਹਾਸ। ਮਨ ਨੇ ਜਦੋਂ ਉਸ ਅਵਸਥਾ ਦੇ ਵਿੱਚ ਟਿਕ ਗਿਆ, ਉਦੋਂ ਸਮਝ ਲੈਣਾ ਕਿ ਹੁਣ ਅਕਾਲ ਪੁਰਖ ਪ੍ਰਮਾਤਮਾ ਨਾਲ ਇੱਕਮਿਕ ਹੋ ਗਿਆ। ਉਹ ਰੱਬੀ ਮਿਲਾਪ ਹੈ। ਰੱਬੀ ਮਿਲਾਪ ਦਾ ਅਰਥ ਇਹ ਨਹੀਂ ਹੈ ਕਿ ਉਹਨੇ ਕੋਈ ਹੋਰ ਤਰ੍ਹਾਂ ਦਾ ਲਿਬਾਸ ਪਹਿਨਿਆ ਹੈ ਤੇ ਕੋਈ ਅੱਖਾਂ ਬੰਦ ਕਰਕੇ ਕੁਛ ਹੋਰ ਤਰ੍ਹਾਂ ਦੀ ਕੋਈ, ਜਾਂ ਉਹਦੇ ਚਿਹਰੇ ਤੇ ਕੁਛ ਹੋਰ ਤਰ੍ਹਾਂ ਦੀ ਖੇਡ ਹੈ। ਆਪਾਂ ਕਈ ਵਾਰ ਕਹੇ ਭਾਈ ਸਾਹਿਬ ਫਲਾਣੇ ਦਾ ਚਿਹਰਾ ਵੇਖਿਆ ਜੇ ਰੱਬ ਨਾਲ ਇੱਕਮਿਕ ਹੋਇਆ। ਮੈਂ ਪੁੱਛਦਾ ਨਾ, ਭਲੇ ਉਹ ਚਿਹਰੇ ਨੇ ਇੱਕਮਿਕ ਹੋਣਾ ਹੈ, ਜੀਵਨ ਨੇ ਇੱਕਮਿਕ ਹੋਣਾ ਹੈ। ਇਹ ਸਰੀਰ ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਪਰਮਾਤਮਾ ਅਬਨਾਸ਼ੀ ਹੈ, ਇਹ ਦੇਹੀ ਨਾਸ਼ਵਾਨ ਹੈ। ਇਹ ਤੇ ਕੱਪੜਾ ਹੈ, ਇਹ ਵਹੀਕਲ ਹੈ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਪਰਮੇਸ਼ਰ ਦੇ ਨਾਮ ਦਾ ਬੰਨ, ਪਰਮੇਸ਼ਰ ਦੇ ਨਾਮ ਦਾ ਸਹਾਰਾ ਆਪਣੇ ਜੀਵਨ ਵਿੱਚ ਲੈ ਆਉਂਦੇ ਹੋ, ਫਿਰ ਸਾਨੂੰ ਜੀਵਨ, ਸਾਡਾ ਜੀਵਨ ਸਹਿਜ ਗੁਫਾ ਘਰ ਜਾਣਾ ਸਾਚਾ ਸਮਝ ਲੈਂਦਾ ਹੈ। ਉਸ ਟਿਕਾਣੇ ਨੂੰ, ਉਸ ਘਰ ਨੂੰ, ਘਰ ਦਾ ਅਰਥ ਕੀ ਹੈ? ਟਿਕਾਣਾ। ਉਸ ਟਿਕਾਣੇ ਨੂੰ ਜਿਹੜਾ ਸਹਿਜ ਅਵਸਥਾ ਵਾਲਾ ਟਿਕਾਣਾ ਹੈ। ਫਿਰ ਹੁੰਦਾ ਕੀ ਹੈ? ਜਦੋਂ ਉਹਨੂੰ ਸਮਝ ਲੈਂਦਾ ਹੈ, ਜਾਣ ਲੈਂਦਾ ਹੈ, ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਸਾਚੇ ਭਾਵੈ ਸਾਚਾ। ਉਹ ਫਿਰ ਸੱਚੇ ਸਦਾ ਸਥਿਰ ਰਹਿਣ ਵਾਲੇ ਅਕਾਲ ਪੁਰਖ ਨੂੰ ਭਾ ਜਾਂਦਾ ਹੈ। ਤੇ ਜਿਹੜਾ ਜੀਵਨ ਪ੍ਰਮਾਤਮਾ ਨੂੰ ਭਾ ਜਾਂਦਾ ਹੈ, ਉਹ ਜੀਵਨ ਸੱਚਾ ਹੈ। ਨਾਨਕ, ਹੇ ਨਾਨਕ, ਸਾਚੇ ਭਾਵੈ, ਸੱਚੇ ਨੂੰ ਭਾ ਜਾਣਾ,
ਸਾਚਾ, ਜਿਹੜਾ ਉਹਨੂੰ ਭਾ ਜਾਂਦਾ ਉਹ ਸੱਚਾ ਹੈ। ਜਿਹੜਾ ਅਕਾਲ ਪੁਰਖ ਨੂੰ ਭਾ ਜਾਂਦਾ, ਵਿਅਕਤੀਆਂ ਨੂੰ ਨਹੀਂ, ਜਿਹੜਾ ਅਕਾਲ ਪੁਰਖ ਨੂੰ ਭਾ ਜਾਂਦਾ ਹੈ। ਇੱਥੇ ਵਿਅਕਤੀਆਂ ਨੂੰ ਜਿਹੜਾ ਬੰਦਾ ਭਾਉਂਦਾ ਹੈ ਨਾ, ਉਹਨੂੰ ਉਹਦੀ ਉਪਾਧੀ ਦਿੱਤੀ ਜਾਂਦੀ ਹੈ। ਇੱਕ ਸਿੱਖ ਪੰਥ ਦੀ ਬੜੀ ਪਿਆਰੀ ਸ਼ਖਸੀਅਤ ਹੋਏ ਨੇ ਗਿਆਨੀ ਕਰਤਾਰ ਸਿੰਘ ਜੀ, ਪਿੰਡਰਾਂ ਵਾਲੇ, ਬੜੇ ਪ੍ਰਸਿੱਧ ਹੋਏ ਨੇ। ਉਹਨਾਂ ਦੇ ਨਾਲ ਰਹਿਣ ਵਾਲੇ ਇੱਕ ਨਜ਼ਦੀਕੀ ਨੇ ਮੈਨੂੰ ਗੱਲ ਦੱਸੀ। ਕਹਿੰਦੇ ਜੀ ਇੱਕ ਵਾਰੀ ਨਾ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਦੀ ਲੰਘਦੇ ਜਾਈਏ ਤੇ ਗਿਆਨੀ ਜੀ ਵੀ ਨਾਲ, ਤੇ ਕੋਈ ਸੱਜਣ ਮਿੱਤਰ ਸੀ, ਕੋਈ ਹੋਰ ਆਇਆ, ਉਹਨੇ ਆ ਕੇ ਨਾ ਉੱਥੇ ਦਵਾ ਦਾ ਉਹਨਾਂ ਦੀ ਗੋਡੀ ਹੱਥ ਲਾ ਕੇ ਮੱਥਾ ਟੇਕਿਆ। ਉਹ ਕਹਿੰਦੇ ਨਾ ਨਾ ਨਾ, ਇਹ ਕੀ ਕੀਤਾ? ਉਹ ਕਹਿੰਦੇ ਜੀ ਤੁਸੀਂ ਬ੍ਰਹਮ ਗਿਆਨੀ, ਇਸ ਕਰਕੇ ਮੈਂ ਤੁਹਾਨੂੰ ਸਤਿਕਾਰ ਕੀਤਾ, ਮੱਥਾ ਟੇਕਿਆ। ਗਿਆਨੀ ਕਰਤਾਰ ਸਿੰਘ ਨੇ ਉਹਨਾਂ ਦੇ ਗੋਡੀਆਂ ਹੱਥ ਲਾਤਾ। ਫਿਰ ਕਹਿੰਦੇ ਜੀ ਇਹ ਕੀ ਕਰ ਰਹੇ ਹੋ? ਉਹ ਕਹਿੰਦੇ ਤੂੰ ਵੀ ਬ੍ਰਹਮ ਗਿਆਨੀ? ਕਹਿੰਦੇ ਜੀ ਮੈਂ ਬ੍ਰਹਮ ਗਿਆਨੀ ਕਿੱਥੋਂ, ਮੈਂ ਤਾਂ ਪਾਪੀ ਬੰਦਾ। ਕਹਿੰਦੇ ਫਿਰ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਮੈਂ ਬ੍ਰਹਮ ਗਿਆਨੀ? ਗੁਰੂ ਸਾਹਿਬ ਦੇ ਕਹਿੰਦੇ ਬ੍ਰਹਮ ਗਿਆਨੀ ਕੀ ਗੱਤ, ਜੇ ਤੈਨੂੰ ਤੇਰੀ ਨਿਗਾਹ 'ਚ ਮੈਂ ਬ੍ਰਹਮ ਗਿਆਨੀ, ਇਹਦਾ ਮਤਲਬ ਤੂੰ ਉਸ ਗੱਤ ਨੂੰ ਸਮਝ ਗਿਆ। ਇੱਥੇ ਵਿਅਕਤੀ ਬਣਾ ਰਹੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਵਿਅਕਤੀ ਲੱਖ ਢੰਡੋਰੇ ਪਿੱਟਣ, ਫਲਾਣਾ ਇੰਝ ਹੈ, ਫਲਾਣਾ ਇੰਝ ਹੈ, ਪਰ ਜੋ ਅਕਾਲ ਪੁਰਖ ਦੀ ਨਜ਼ਰ ਵਿੱਚ ਜਿਸ ਰੂਪ 'ਚ ਪ੍ਰਵਾਨ ਹੋਇਆ, ਅਸਲ ਵਿੱਚ ਕੀਮਤ ਤੇ ਉੱਥੇ ਪੈਣੀ ਹੈ। ਹੋਰ ਸੌਖਾ ਕਰ ਲਵਾਂ ਇਹਨੂੰ। ਮੈਂ ਸਾਰਾ ਸਾਲ ਪੜ੍ਹਾਈ ਕੀਤੀ ਜਾਂ ਨਹੀਂ ਕੀਤੀ, ਪੇਪਰ ਆ ਗਏ। ਹੁਣ ਪੇਪਰਾਂ 'ਚ ਬੈਠੇ ਤੇ ਕੁਐਸਚਨ ਪੇਪਰ ਮੈਨੂੰ ਦੇ ਦਿੱਤਾ ਗਿਆ ਵੀ ਆਹ ਸਵਾਲ ਨੇ, ਇਹਨਾਂ ਦੇ ਜਵਾਬ ਲਿਖ। ਹੁਣ ਮੈਨੂੰ ਉਹਨਾਂ ਦੇ ਜਵਾਬ ਨਹੀਂ ਆਉਂਦੇ, ਬਾਕੀ ਸਾਰੇ ਹੀ ਆਉਂਦੇ ਆ। ਬਾਕੀ ਸਾਰੀਆਂ ਕਿਤਾਬਾਂ, ਬੁੱਕਾਂ ਸਭ ਮੈਨੂੰ ਯਾਦ ਹੈ, ਪਰ ਜਿਹੜੇ ਉਹ ਸਵਾਲ ਨੇ, ਉਹਨਾਂ ਸਵਾਲਾਂ ਦੇ ਨਹੀਂ ਮੈਨੂੰ ਜਵਾਬ ਆਉਂਦੇ। ਤੇ ਜਿਹੜੇ ਬਾਕੀ ਮੈਨੂੰ ਜਵਾਬ ਆਉਂਦੇ ਨੇ, ਮੈਂ ਉਹ ਲਿਖ ਲਵਾਂ, ਕੀ ਕਬੂਲ ਪੈਣਗੇ? ਪਾਸ ਹੋਵਾਂਗਾ? ਕਦੇ ਨਹੀਂ ਹੋਵਾਂਗਾ। ਕਿਉਂ? ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਪ੍ਰਵਾਨ ਹੋਣ ਲਈ ਜੋ ਉਹਨਾਂ ਨੇ ਕੁਐਸਚਨ ਭੇਜੇ ਨੇ, ਉਹਦੇ ਜਵਾਬ ਲਿਖਣੇ ਪੈਣੇ ਆ, ਬਾਕੀ ਕਿਸੇ ਅਰਥ ਵਿੱਚ ਨਹੀਂ। ਸਾਰੇ ਤਾਂ ਪੜ੍ਹਦੇ ਕਿ ਪਤਾ ਨਹੀਂ ਉਹਨਾਂ ਨੇ ਕਿਹੜਾ ਦੇਖਣਾ ਹੈ, ਸਵਾਲ ਭੇਜਣਾ ਹੈ। ਇਸੇ ਤਰ੍ਹਾਂ ਬੇਸ਼ੱਕ ਦੁਨੀਆ ਦੇ ਕਿੰਨੇ ਵੀ ਮੈਂ ਅਡੰਬਰ ਕਰ ਲਵਾਂ, ਧਰਮੀ ਹੋਣ ਦੇ, ਧਾਰਮਿਕ ਅਖਵਾਉਣ ਦੇ, ਸਦਵਾਉਣ ਦੇ, ਵਿਖਾਉਣ ਦੇ, ਪਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਨਜ਼ਰ ਦੇ ਵਿੱਚ ਪ੍ਰਵਾਨ ਹੋਣੇ ਨੇ, ਪਾਰ ਉਹਨਾਂ ਨੇ ਕਰਨਾ ਹੈ, ਕੀਮਤ ਤੇ ਉਹਨਾਂ ਦੀ ਪੈਣੀ ਹੈ। ਦੂਜੇ ਸਾਰੇ ਬੇਅਰਥ ਨੇ, ਉਹ ਕਿਸੇ ਅਰਥ ਵਿੱਚ ਨਹੀਂ ਰਹਿਣੇ। ਮੈਂ ਲਿਬਾਸ ਜਿਹੋ ਜਿਹਾ ਮਰਜ਼ੀ, ਹੁਣ ਵਾਹਿਗੁਰੂ ਦੀ ਨਜ਼ਰ ਵਿੱਚ ਕੀ ਪ੍ਰਵਾਨ ਹੋਣਾ ਹੈ? ਉੱਥੇ ਤੇ ਦੱਸਿਆ ਨਹੀਂ ਨਾ ਜਾਂਦਾ ਕਿਹੜੇ ਕਿਹੜੇ ਕੁਐਸਚਨ ਆਉਣੇ ਆ। ਗੁਰੂ ਸਾਹਿਬ ਨੇ ਸਾਰਾ ਕੁਛ ਹੀ MBD ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਕਿ MBD ਸਮਝ ਲਓ ਇਹਨੂੰ, ਸਾਰੇ ਕੁਐਸਚਨ ਤੇ ਉਹਨਾਂ ਦੇ ਜਵਾਬ ਦਿੱਤੇ ਨੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ 'ਚ ਕੀ ਘੋਖਿਆ ਜਾਂਦਾ ਹੈ? ਰੋਜ਼ ਆਪਾਂ ਪੜ੍ਹਦੇ ਹਾਂ, ਚੰਗਿਆਈਆਂ, ਕਰੋ ਰਸਨਾ ਸਾਂਝੀ, ਚੰਗਿਆਈਆਂ ਬੁਰਿਆਈਆਂ ਵਾਚੈ। ਕਿਹੜੀ ਚੀਜ਼ ਵਾਚੀ ਜਾਂਦੀ ਜੀ? ਚੰਗਿਆਈ ਤੇ ਬੁਰਿਆਈ। ਫਿਰ ਇਧਰ ਧਿਆਨ ਦੇਣਾ ਚਾਹੀਦਾ। ਗੁਰੂ ਸਾਹਿਬ ਨੇ ਜਵਾਬ ਵੇਖ ਲਓ, ਕੁਐਸਚਨ ਦੇ ਨਾਲ ਹੀ ਸਾਰਾ ਕੁਝ ਦੇ ਦਿੱਤਾ। ਔਰ ਰੋਜ਼ ਆਪਾਂ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ। ਗੁਰੂ ਸਾਹਿਬ ਜੀ ਕਹਿੰਦੇ ਤੇਰੇ ਜੀਵਨ ਦੀ ਚੰਗਿਆਈ ਵੇਖਣੀ ਹੈ ਜਾਂ ਬੁਰਿਆਈ? ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਫਿਰ ਕਰਮੀ ਆਪੋ ਆਪਣੀ। ਇਹ ਤੇਰੇ ਕਰਮ ਤੇ ਖੜੀ ਖੇਡ ਸਾਰੀ। ਕਿ ਨੇੜੇ ਤੂੰ ਵਾਹਿਗੁਰੂ ਦੇ ਨੇੜੇ ਹੈ ਜਾਂ ਉਹ ਤੋਂ ਵਿਛੋੜੇ ਦੀ ਗੱਲ ਹੈ? ਕਰਮ ਦੇ ਉੱਤੇ ਖੜੀ। ਇਸ ਲਈ ਤੂੰ ਧਿਆਨ ਦੇਣਾ ਹੈ, ਜਿੰਨਾ ਜ਼ੋਰ ਲਾਉਣਾ ਹੈ, ਜਿੰਨਾ ਧਰਮ ਕਮਾਉਣਾ ਹੈ, ਕਰਮ ਲਈ ਕਮਾ, ਤਾਂ ਕਿ ਤੇਰਾ ਕਰਮ ਉਹਦੀ ਨਜ਼ਰ 'ਚ ਪ੍ਰਵਾਨ ਹੋ ਜਾਏ, ਵਾਹਿਗੁਰੂ ਦੀ ਨਜ਼ਰ 'ਚ ਪ੍ਰਵਾਨ ਹੋ ਜਾਏ। ਆਓ ਗੁਰੂ ਜੀ ਨੂੰ ਹੋਰ ਪੁੱਛ ਲੈਂਦੇ ਹਾਂ। ਮੈਂ ਇਸ ਲਈ ਕੋਸ਼ਿਸ਼ ਕਰਦਾ ਹਾਂ, ਮੈਂ ਜਿਹੜੀ ਗੱਲ ਕਰਾਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਜ਼ਰੂਰ ਤੁਹਾਨੂੰ ਮੈਂ
ਜਿਹੜੀ ਉਹ ਪ੍ਰਮਾਣ ਦੇਵਾਂ, ਤਾਂ ਕਿ ਪਤਾ ਲੱਗੇ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ। ਮੈਂ ਕੀ ਕਹਿ ਰਿਹਾ ਉਹਦਾ ਕੋਈ ਅਰਥ ਨਹੀਂ ਹੈ, ਉਹ ਬੇਅਰਥ ਚੀਜ਼ ਹੈ। ਗੁਰੂ ਜੀ ਕੀ ਕਹਿ ਰਹੇ ਆ, ਅਰਥ ਇਸ ਚੀਜ਼ ਦਾ। ਗੁਰੂ ਜੀ ਕਹਿੰਦੇ ਕੀਤਾ ਪਾਈਐ ਆਪਣਾ, ਫਿਰ ਪੜੋ, ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀ ਹੈ। ਜੋ ਅਸੀਂ ਕਰਦੇ ਆ ਉਹ ਹੀ ਪ੍ਰਾਪਤ ਹੋਣਾ ਸਾਨੂੰ, ਇਸ ਲਈ ਬੁਰੀ ਘਾਲਣਾ ਕਿਉਂ ਘਾਲਦੇ ਆ, ਬੁਰਾ ਕਰਮ ਕਿਉਂ ਕਰਦੇ ਆ। ਗੁਰੂ ਰਹਿਮਤ ਕਰੇ ਆਹ ਨੁਕਤਾ ਸਮਝ ਆ ਜਾਏ। ਮੇਰੇ ਤਨ ਦੇ ਧਰਮੀ ਹੋਣ ਨੇ ਕਬੂਲ ਨਹੀਂ ਪੈਣਾ, ਮੇਰੇ ਕਰਮ ਨੇ ਧਰਮੀ ਹੋਣ ਤੇ ਕਬੂਲ ਪੈਣਾ। ਮੇਰੇ ਕਰਮ ਧਰਮੀ ਹੋਣ, ਮੇਰੀ ਤੱਕਣੀ, ਮੇਰੀ ਬੋਲ, ਮੇਰੇ ਸਰੋਤ, ਮੇਰੀ ਸੋਚ, ਮੇਰੀ ਕਰਨੀ ਧਰਮੀ ਹੋਵੇ, ਪ੍ਰਵਾਨਗੀ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਕਹਿੰਦੇ ਨੇ, ਸਿੱਧਾਂ ਕਹਿੰਦੇ ਨੇ, ਨਾਨਕ ਸਾਚੇ ਭਾਵੈ। ਉਸ ਸਦਾ ਫਿਰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਫਿਰ ਭਾ ਜਾਂਦਾ ਹੈ, ਭਾਵ ਉਹ ਕਬੂਲ ਪੈ ਜਾਂਦਾ ਹੈ। ਤੇ ਜਿਹੜਾ ਰੱਬ ਨੂੰ ਕਬੂਲ ਪੈ ਗਿਆ, ਸਾਚਾ, ਅਸਲ 'ਚ ਸਚਿਆਰ ਉਹ ਹੈ, ਪਰਮਾਤਮਾ ਦੀ ਨਜ਼ਰ ਵਿੱਚ ਸੱਚ ਉਹ ਹੈ। ਉਹ ਫਿਰ ਅੱਗੋਂ ਸਵਾਲ ਕਰਦੇ ਨੇ, ਕਹਿੰਦੇ ਜੇ ਜੀਵਨ ਦੀ ਗੱਲ ਹੈ, ਜੀਵਨ ਘੋਖਿਆ ਜਾਣਾ ਹੈ, ਪਰਮੇਸ਼ਰ ਨੇ ਕਰਨੀ ਜੀਵਨ ਦੀ ਦੇਖਣੀ ਹੈ, ਫਿਰ ਸਾਡਾ ਸਵਾਲ ਹੈ ਕਿ ਉਹ ਕਹਿਣ ਲੱਗੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਫਿਰ ਕੀ ਕਾਰਨ ਹੈ ਤੁਸੀਂ ਘਰ ਛੱਡ ਕੇ ਬਾਹਰ ਫਿਰ ਰਹੇ ਹੋ, ਤੁਸੀਂ ਬਾਹਰ ਕਿਉਂ ਨਹੀਂ ਫਿਰ ਰਹੇ ਹੋ? ਗੱਲ ਤੇ ਜੀਵਨ ਦੀ ਹੈ। ਕਿਸ ਕਾਰਨ, ਕਿਸ ਕਰਕੇ ਗ੍ਰਹਿ ਤਜਿਓ ਉਦਾਸੀ। ਉਦਾਸੀ ਦਾ ਅਰਥ ਆਪਾਂ ਜਾਣਦੇ ਹਾਂ, ਜਿਹੜੀਆਂ ਫੇਰੀਆਂ ਸੀ, ਪ੍ਰਚਾਰਕ ਫੇਰੀਆਂ। ਕਿਸ ਕਾਰਨ ਤੁਸੀਂ ਘਰ ਛੱਡ ਕੇ ਇਹ ਫੇਰੀ ਤੇ ਚੱਲ ਰਹੇ ਹੋ? ਕਿਸ ਕਾਰਨ ਇਹ ਭੇਖ ਨਿਵਾਸੀ, ਕੀ ਕਾਰਨ ਹੈ ਤੁਹਾਨੂੰ ਆਹ ਭੇਖ ਧਾਰਨ ਕਰਨਾ ਪਿਆ? ਇਹਦਾ ਜਵਾਬ ਦਿਓ ਫਿਰ। ਕਿਸ ਵਖਰ ਕੇ ਤੁਮ ਵਣਜਾਰੇ। ਤੁਸੀਂ ਬਚਨ ਕੀਤਾ, ਪਿਛਲੇ ਪੰਕਤੀਆਂ 'ਚ ਬਚਨ ਆਇਆ ਸੀ ਵੀ ਅਸੀਂ ਇੱਥੇ ਪਰਮਾਤਮਾ ਦੇ ਸੰਸਾਰ ਦੇ ਵਿੱਚ ਇੱਕ ਹਿਸਾਬ ਨਾਲ ਵਣਜ ਕਰਨ ਲਈ ਆਏ ਹਾਂ। ਮੈਂ ਉਦੋਂ ਪ੍ਰਮਾਣ ਵੀ ਗੁਰਬਾਣੀ ਦਾ ਇੱਕ ਦੱਸਿਆ ਸੀ, ਸਾਂਝਾ ਕੀਤਾ ਸੀ, ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭੈ ਨਾਲ। ਆਪਾਂ ਤੇ ਪੜ੍ਹਦੇ ਹਾਂ, ਹਰ ਕੇ ਨਾਮ ਕੇ ਵਿਆਪਾਰੀ। ਉਹ ਕਹਿੰਦੇ ਤੁਸੀਂ ਕਿਹੜੇ ਸੌਦੇ ਤੇ ਫਿਰ ਵਣਜ ਕਰਨ ਲਈ ਆਏ ਜੀ? ਕਿਸ ਵਖਰ ਕੇ ਤੁਮ ਵਣਜਾਰੇ। ਅਗਲੀ ਪੰਕਤੀ ਬੜੀ ਕਮਾਲ ਦੀ ਹੈ, ਜਿਹੜਾ ਸਵਾਲ ਕੀਤਾ ਉਹਨਾਂ, ਕਿਉਂ ਕਰ ਸਾਥ ਲੰਘਾਵੋ ਪਾਰੇ। ਉਹ ਕਹਿੰਦੇ ਜੀ ਇਹ ਜਵਾਬ ਦਿਓ ਵੀ ਕਿਹੜੇ ਤਰੀਕੇ ਨਾਲ, ਸਾਥ ਦਾ ਅਰਥ ਥੱਥੇ ਦੇ ਔਂਕੜ ਹੈ, ਜਿਹੜੇ ਤੁਹਾਡੇ ਸਾਥੀ, ਤੁਹਾਡੇ ਸੰਗੀ ਨੇ, ਭਾਵ ਤੁਹਾਡੀ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਸੰਗਤ ਕਹਿ ਦਿੰਦੇ ਆ, ਸੰਗ ਕਰਨ ਵਾਲੇ, ਇਹਨਾਂ ਨੂੰ ਪਾਰ ਕਿਹੜੇ ਤਰੀਕੇ ਨਾਲ ਕਰੋਗੇ? ਇਹਨਾਂ ਦੇ ਜੀਵਨ ਦਾ ਪਾਰ ਉਤਾਰਾ ਕਿਵੇਂ ਕਰੋਗੇ? ਜਿਹੜਾ ਤੁਹਾਡਾ ਸੰਗ ਕਰਦੇ ਨੇ, ਤੁਹਾਡਾ ਸਾਥ ਕਰ, ਸਪੋਜ਼ ਕਰੋ ਜਿਵੇਂ ਆਪਾਂ ਗੁਰੂ ਦੀ ਸਤ ਸੰਗਤ ਕਰ ਰਹੇ ਹਾਂ, ਗੁਰੂ ਸਾਡੇ ਜੀਵਨ ਦਾ ਪਾਰ ਉਤਾਰਾ ਕਿਵੇਂ ਕਰੇਗਾ? ਇਹ ਸਵਾਲ ਸਿੱਧਾ ਨੇ ਕੀਤਾ। ਗੁਰੂ ਸਾਹਿਬ ਜੀ ਨੇ ਅੱਗੋਂ ਫਿਰ ਜਵਾਬ ਦਿੱਤਾ ਬੜਾ ਖੂਬਸੂਰਤ। ਗੁਰੂ ਜੀ ਕਹਿੰਦੇ ਤੁਸੀਂ ਕਿਸ ਤਲਾਸ਼ ਦੇ ਵਿੱਚ ਨਿਕਲੇ? ਜਿਹੜੇ ਭਾਵ ਨੇ ਉਹਨਾਂ ਦੇ, ਇਹ ਅਚਲ ਵਿਚਾਲੇ ਵਟਾਲੇ ਇਹਨਾਂ ਦੀ ਜੋ ਵਿਚਾਰ ਗੋਸ਼ਟੀ ਹੋਈ ਹੈ, ਉਹ ਕਹਿੰਦੇ ਸੀ ਰੱਬ ਦੀ ਤਲਾਸ਼ ਵਿੱਚ। ਗੁਰੂ ਸਾਹਿਬ ਜੀ ਕਹਿੰਦੇ ਮੈਂ ਰੱਬ ਦੀ ਤਲਾਸ਼ ਵਿੱਚ ਨਹੀਂ ਹੈ, ਉਹ ਘਰ ਤੇ ਮੈਂ ਲੱਭ ਲਿਆ। ਉਹ ਜਿਹੜਾ ਸੀ ਨਾ ਸਹਿਜ ਗੁਫਾ ਘਰ ਜਾਣਾ ਸਾਚਾ, ਉਹ ਤੇ ਮੈਂ ਲੱਭ ਲਿਆ। ਫਿਰ ਕਿਹਦੀ ਤਲਾਸ਼ ਵਿੱਚ ਹੈ? ਗੁਰੂ ਸਾਹਿਬ ਜੀ ਜਵਾਬ ਦਿੰਦੇ ਨੇ, ਕਹਿੰਦੇ ਨੇ ਗੁਰਮੁਖ ਖੋਜਤ ਭਏ ਉਦਾਸੀ। ਮੈਂ ਉਹਨਾਂ ਦੀ ਤਲਾਸ਼ ਵਿੱਚ ਹਾਂ ਜਿਹੜੇ ਗੁਰੂ ਦੀ ਸਿੱਖਿਆ ਦੇ ਮੁਤਾਬਕ ਆਪਣਾ ਜੀਵਨ ਜੀ ਰਹੇ ਨੇ, ਉਹਨਾਂ ਗੁਰਮੁਖਾਂ ਦੀ ਭਾਲ ਵਿੱਚ, ਉਹਨਾਂ ਗੁਰਮੁਖਾਂ ਦੀ ਤਲਾਸ਼ ਵਿੱਚ, ਰੱਬ ਦੀ ਤਲਾਸ਼ ਵਿੱਚ ਨਹੀਂ ਹੈ। ਰੱਬ ਤੇ ਆਲਰੇਡੀ, ਮੈਂ ਤੇ ਪਿਛਲੇ ਦਿਨ ਸ਼ਾਇਦ ਬੇਨਤੀ ਕੀਤੀ ਸੀ, ਮੇਰੇ ਤੁਹਾਡੇ ਸਭਨਾਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨਾ ਸਾਡਾ ਸਰੀਰ ਹੈ,
ਸਰੀਰ ਦੇ ਜਿਹੜੇ ਹਿੱਸੇ ਵਿੱਚ ਵੀ ਜੀਵਨ ਹੈ ਨਾ, ਰੱਬ ਹੀ ਤੇ ਹੈ, ਪਰਮਾਤਮਾ ਹੀ ਤੇ ਜੀਵਨ ਹੈ। ਇਸ ਲਈ ਤੇ ਬਚਨ ਆਉਂਦਾ ਹੈ, ਪਰਮਾਤਮਾ ਨੂੰ ਜਗ ਜੀਵਨ ਦਾਤਾ ਕਿਹਾ ਜਾਂਦਾ ਹੈ। ਜਗ ਜੀਵਨ, ਜਗ ਜੀਵਨ ਦਾ ਅਰਥ ਕੀ? ਜਗਤ ਦਾ ਜੀਵਨ। ਵਾਹਿਗੁਰੂ ਪਰਮਾਤਮਾ ਜੀਵਨ ਹੈ। ਆਪਾਂ ਪੜ੍ਹਦੇ ਨਾ, ਆਖਾਂ ਜੀਵਾਂ, ਜੀਵਨ ਹੈ। ਤੇ ਵਿਸਰੈ ਮੌਤ ਹੈ। ਜਿੱਥੇ ਪਰਮਾਤਮਾ ਨਹੀਂ ਉਹ ਡੈਡ ਹੈ, ਮੁਰਦਾ ਹੈ। ਜਿੱਥੇ ਪਰਮਾਤਮਾ ਹੈ ਜੀਵਨ ਹੈ। ਗੁਰੂ ਸਾਹਿਬ ਜੀ ਕਹਿੰਦੇ ਮੈਂ ਰੱਬ ਦੀ ਤਲਾਸ਼ ਵਿੱਚ ਨਹੀਂ ਹਾਂ, ਮੈਂ ਗੁਰਮੁਖਾਂ ਦੀ ਭਾਲ ਵਿੱਚ ਹਾਂ। ਮੈਂ ਰੱਬ ਦੇ ਮਾਰਗ ਤੇ ਚੱਲਣ ਵਾਲਿਆਂ ਦੀ ਭਾਲ ਵਿੱਚ ਹਾਂ। ਕਿਉਂ? ਕਿਉਂਕਿ ਸਾਰੇ ਦਾਅਵੇ ਕਰ ਰਹੇ ਨੇ, ਅਡੰਬਰ ਰਚਿਆ ਸਭਨਾਂ ਨੇ, ਅਸੀਂ ਰੱਬ ਦੇ ਬਹੁਤ ਨੇੜੇ ਹਾਂ, ਅਸੀਂ ਰੱਬ ਦੇ ਬਹੁਤ ਨੇੜੇ, ਅਸੀਂ ਧਰਮੀ ਹਾਂ। ਜੋਗੀ ਲੋਕ ਵੀ ਕਹਿੰਦੇ ਅਸੀਂ ਧਰਮੀ ਹਾਂ, ਪੀਰ ਵੀ ਕਹਿੰਦੇ ਅਸੀਂ ਧਰਮੀ ਹਾਂ। ਇਸ ਲਈ ਮੁਲਤਾਨ ਦੇ ਪੀਰਾਂ ਨਾਲ ਜਾ ਕੇ ਗੋਸ਼ਟੀ ਹੋਈ। ਰੱਬ ਦਾ ਘਰ ਵੀ ਲੋਕਾਂ ਨੇ ਤੈਅ ਕਰ ਲਿਆ, ਆਹ ਰੱਬ ਦਾ ਘਰ ਹੈ। ਇਸੇ ਲਈ ਮੱਕੇ ਜਾ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ, ਜਿੱਥੇ ਰੱਬ ਦਾ ਘਰ ਨਹੀਂ ਹੈਗਾ, ਜਿਹੜੇ ਪਾਸੇ ਮੇਰੇ ਪੈਰ ਉਧਰ ਕਰ ਦਿਓ। ਕਿਉਂਕਿ ਸਾਰਿਆਂ ਨੇ ਧਰਮ ਦਾ ਢੰਡੋਰਾ ਜਿਹੜਾ ਫੇਰਿਆ ਹੋਇਆ ਸੀ, ਡੰਕਾ ਵਜਾਇਆ ਸੀ। ਗੁਰੂ ਸਾਹਿਬ ਜੀ ਕਹਿੰਦੇ ਡੰਕਾ ਤੇ ਸਾਰਿਆਂ ਨੇ ਵਜਾਇਆ, ਸਾਰੇ ਹੀ ਕਹਿ ਰਹੇ ਨੇ ਅਸੀਂ ਧਰਮੀ ਹਾਂ। ਅਸਲ ਵਿੱਚ ਧਰਮੀ ਉਹ ਹੈ ਜਿਹੜਾ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ। ਤੇ ਮੈਂ ਉਹਨਾਂ ਦੀ ਤਲਾਸ਼ ਵਿੱਚ ਆ ਜਿਹੜੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣ ਵਾਲੇ। ਹੁਣ ਥੋੜਾ ਜਿਹਾ ਇਸ ਨੁਕਤੇ 'ਚ ਆਪਾਂ ਸਮਝ ਲਈਏ। ਆਪਾਂ ਬਹੁਤੇ ਜਿਹੜੇ ਆ ਨਾ ਦਾਅਵਾ ਕਰਦੇ ਆ ਵੀ ਗੁਰੂ ਦੇ ਮਾਰਗ ਤੇ ਦੱਸੇ ਮਾਰਗ ਤੇ ਚੱਲਦੇ ਆ, ਪਰ ਨਹੀਂ, ਬਹੁਤੇ ਜਿਹੜੇ ਗੁਰੂ ਦੇ ਦੱਸੇ ਮਾਰਗ ਤੇ ਨੇ, ਅਸਲ ਵਿੱਚ ਸਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਕਿਸੇ ਹੋਰ ਦੇ ਦੱਸੇ ਮਾਰਗ ਤੇ ਚੱਲ ਰਹੇ ਹਾਂ। ਕਿਵੇਂ? ਮੈਂ 3 ਮਜ਼ਹਬਾਂ ਦੀ ਗੱਲ ਕਰਾਂਗਾ ਜਿਹੜੇ ਪ੍ਰਚਲਿਤ ਸਾਡੇ ਨਾਲ ਵਰਤਦੇ ਆ, ਜਿਵੇਂ ਹਿੰਦੂਇਜ਼ਮ, ਸਿੱਖਇਜ਼ਮ ਤੇ ਇਸਲਾਮੀਅਤ ਦੀ ਗੱਲ ਕਰ ਲਈਏ। ਇਹਨਾਂ ਨਾਲ ਸਾਡਾ ਇਤਿਹਾਸ ਦਾ ਵੀ ਜ਼ਿਆਦਾ ਵਾਹ ਪਿਆ ਤੇ ਸਾਡੇ ਪੁਰਾਣੇ ਸਮਿਆਂ ਤੋਂ ਚੱਲਿਆ ਆ ਰਿਹਾ ਹੈ। ਜੇ ਹਿੰਦੂ ਦੀ ਗੱਲ ਕਰਦੇ, ਸਨਾਤਨ ਮੱਤ ਦੀ, ਉਹਦਾ ਬੇਸ ਕੀ ਹੈ? 4 ਵੇਦ। ਵੇਦਾਂ ਨੂੰ ਗੁਰਬਾਣੀ ਵਿੱਚ ਕਿਤੇ ਨਹੀਂ ਰੱਦ ਕੀਤਾ, ਕਿਤੇ ਨਹੀਂ ਮਾੜਾ ਕਿਹਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇ ਆਪ ਕਹਿੰਦੇ ਨੇ, ਉਹ ਕਹਿੰਦੇ ਨੇ, ਹੇ ਬਿੱਪਰ, ਤੂੰ ਕਹਿੰਦਾ 7 ਆਕਾਸ਼ ਤੇ 7 ਪਤਾਲ, ਪਰ ਤੇਰਾ ਬੇਸ ਵੇਦ ਹੈ। ਤੇ ਵੇਦ ਪੜ੍ਹ, ਉਹ ਕੀ ਕਹਿ ਰਹੇ ਨੇ? ਪਾਤਾਲਾਂ ਪਾਤਾਲ, ਕਰੋ ਰਸਨਾ ਸਾਂਝੀ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ। ਅੱਗੇ ਕੀ ਕਿਹਾ? ਕਿਉਂਕਿ ਤੇਰਾ ਬੇਸ ਤੇ ਆ ਕਹਿ ਰਿਹਾ ਵੀ ਫਿਰ ਵੀ ਭਾਲ ਭਾਲ ਕਰਦੇ ਥੱਕ ਗਏ। ਪਰ ਸਵਾਲ ਖੜਾ ਹੋਵੇਗਾ, ਉਹ ਸੱਤ ਕਿਉਂ ਮੰਨੀ ਬੈਠੇ? ਇਸਲਾਮ ਵੀ 14 ਤਬਕ ਮੰਨ ਰਿਹਾ। ਕਾਰਨ ਕੀ? ਕਾਰਨ ਹੈ ਬੇਸ਼ੱਕ ਸਨਾਤਨ ਮੱਤ ਦਾ ਬੇਸ ਵੇਦ ਹੈ, ਪਰ ਉਹ ਵੇਦ ਦੇ ਮੁਤਾਬਕ ਨਹੀਂ ਚੱਲ ਰਿਹਾ। ਉਹ ਜਿਹੜੇ ਬਾਅਦ ਵਿੱਚ ਵਿਅਕਤੀਆਂ ਨੇ ਸਿਮਰਤੀਆਂ ਲਿਖੀਆਂ, ਉਹਨਾਂ ਦੇ ਮੁਤਾਬਕ ਚੱਲਣ ਲੱਗ ਪਿਆ ਵੇਦ ਸ਼ਬਦ। ਜਿਨ੍ਹਾਂ 'ਚੋਂ ਬੜਾ ਕਈ ਵਾਰ ਚਰਚਾ ਵੀ ਚੱਲਦੀ ਮਨੂ ਸਿਮਰਤੀ ਦੀ, ਜਿਹਦੇ ਜਾਤਾਂ ਪਾਤਾਂ ਦਾ ਸਾਰਾ ਕੁਛ ਹੈਗਾ, ਉਹਨਾਂ ਮੁਤਾਬਕ ਚੱਲਣ ਲੱਗ ਪਿਆ। ਇਸਲਾਮੀਜ਼ਮ ਦੀ ਗੱਲ ਕਰ ਲਈ। ਇਸਲਾਮ ਦਾ ਬੇਸ ਕੀ ਹੈ? ਕੁਰਾਨ। ਕੁਰਾਨ ਨੇ ਕਹਿੰਦੀ ਕਿਸੇ ਔਰਤ ਦੇ ਹੱਥ ਚੱਕੋ, ਜਾਂ ਛੋਟੇ ਬੱਚਿਆਂ ਦੇ ਨੂੰ ਤੁਸੀਂ ਉਹਨਾਂ ਦਾ ਖੂਨ ਬਹਾਓ ਜਾਂ ਉਹਨਾਂ ਨੂੰ ਮਾਰੋ। ਫਿਰ ਸਾਹਿਬਜ਼ਾਦਿਆਂ ਦੇ ਉੱਤੇ ਜ਼ੁਲਮ ਕਿਉਂ? ਉਹ ਵੀ ਤਾਂ ਛੋਟੇ ਬੱਚੇ। ਮਾਤਾ ਗੁਜਰ ਕੌਰ ਦੇ ਉੱਤੇ ਜ਼ੁਲਮ ਕਿਉਂ? ਠੰਡੇ ਬੁਰਜ ਤੋਂ ਧੱਕਾ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ। ਕਾਰਨ ਕੀ? ਬੇਸ਼ੱਕ ਇਸਲਾਮ ਦਾ ਬੇਸ ਕੁਰਾਨ ਹੈ, ਪਰ ਉਹ ਚੱਲ ਸ਼ਰਅ ਦੇ ਮੁਤਾਬਕ ਰਿਹਾ। ਬੇਸ ਛੱਡਤਾ ਉਹਨੇ। ਸ਼ਰਅ ਕੀ ਹੈ? ਉਹਨਾਂ ਦੀ ਮਰਿਆਦਾ ਜਿਹੜੀ ਵਿਅਕਤੀਆਂ ਨੇ ਬਣਾਈ। ਸਿੱਖਇਜ਼ਮ ਵਾਲਾ ਜੋ ਸਿੱਖ ਦਾ ਬੇਸ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ। ਔਰ ਰੋਜ਼ ਪੜ੍ਹਦੇ ਵੀ ਸਭ ਸਿੱਖਣ ਕੋ
ਹੁਕਮ ਹੈ ਗੁਰੂ ਮਾਨਿਓ। ਮੰਨਣਾ ਕਿਹਨੂੰ? ਗੁਰੂ ਗ੍ਰੰਥ ਸਾਹਿਬ ਜੀ ਨੂੰ, ਬਾਣੀ ਨੂੰ, ਸ਼ਬਦ ਨੂੰ। ਪਰ ਅਸੀਂ ਸ਼ਬਦ ਤੇ ਗੁਰਬਾਣੀ ਮੁਤਾਬਕ ਨਹੀਂ ਚੱਲ ਰਹੇ, ਅਸੀਂ ਜਿਹੜੀ ਵਿਅਕਤੀਆਂ ਨੇ ਮਰਿਆਦਾਵਾਂ ਬਣਾਈਆਂ ਨੇ ਨਾ, ਉਹਨਾਂ ਮੁਤਾਬਕ ਚੱਲ ਰਹੇ। ਸਾਨੂੰ ਤੇ ਜਿਹੜੀ ਕੋਈ ਕਿਸੇ ਤਰ੍ਹਾਂ ਦੀ ਸਾਖੀ ਸੁਣਾ ਜਾਂਦਾ, ਕੋਈ ਕਿਸੇ ਤਰ੍ਹਾਂ ਦੀ ਸਾਖੀ, ਅਸੀਂ ਤੇ ਉਹਨਾਂ ਮੁਤਾਬਕ ਚੱਲ ਰਹੇ ਹਾਂ, ਗੁਰਬਾਣੀ ਦੇ ਵਿਚਾਰ ਮੁਤਾਬਕ ਥੋੜ੍ਹੀ ਚੱਲ ਰਹੇ। ਇਸੇ ਕਰਕੇ ਸਾਰਾ ਇਹ ਉਲਝਿਆ ਹੋਇਆ ਹੈ। ਅਸੀਂ ਬੇਸ ਛੱਡਦਾ। ਜਦੋਂ ਬੇਸ ਨੂੰ ਲੈ ਕੇ ਤੁਰਾਂਗੇ ਅਸੀਂ ਆਪਣੇ ਨੂੰ, ਧੁਰੇ ਨੂੰ ਲੈ ਕੇ ਤੁਰਾਂਗੇ ਅਸੀਂ ਆਪਣੇ, ਮੁੱਢ ਨੂੰ ਲੈ ਕੇ ਤੁਰਾਂਗੇ ਅਸੀਂ ਆਪਣੇ ਨੂੰ, ਤੁਸੀਂ ਮਹਿਸੂਸ ਕਰੋਗੇ ਕੋਈ ਕਲੇਸ਼ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੈ। ਗੁਰੂ ਰਹਿਮਤ ਕਰਿਆ ਖੂਬਸੂਰਤ ਨੁਕਤੇ ਸਮਝ ਆ ਜਾਣ। ਇਹ ਚਾਹੇ ਜੋਗੀ ਨੇ, ਚਾਹੇ ਸਿੱਧ ਨੇ, ਜਿੰਨੇ ਵੀ ਨੇ, ਇਹ ਸਾਰੇ ਆਪਣੀਆਂ ਆਪਣੀਆਂ ਉਹਨਾਂ ਪਰੰਪਰਾਵਾਂ ਨੂੰ ਲੈ ਕੇ, ਅੱਜ ਵੀ ਪਰੰਪਰਾ ਨੂੰ ਲੈ ਕੇ ਚੱਲ ਰਹੇ ਆ, ਬਾਣੀ ਨੂੰ ਲੈ ਕੇ ਨਹੀਂ ਚੱਲ ਰਹੇ। ਕਿਸੇ ਨੂੰ ਕਹਿਣਾ ਇਹ ਜੀ ਸਾਡੀ ਪੁਰਾਣੀ ਪਰੰਪਰਾ ਹੈ। ਸਿੱਖ ਦੀ ਪਰੰਪਰਾ ਹੈ ਉਹਦੇ ਗੁਰੂ ਦਾ ਹੁਕਮ, ਜੋ ਉਹਦਾ ਗੁਰੂ ਹੁਕਮ ਕਰੇ ਉਹ ਪਰੰਪਰਾ ਹੈ। ਸਭ ਤੋਂ ਪਰੰਪਰਾ ਦਾ ਅਰਥ ਹੁੰਦਾ ਜਿਹੜੀ ਪੁਰਾਣੀ ਸਾਡੀ ਰੋਹ ਰੀਤੀ ਹੈ। ਸਭ ਤੋਂ ਪੁਰਾਣੀ ਕੀ ਚੀਜ਼ ਹੈ ਸਾਡੇ ਕੋਲ? ਸ਼ਬਦ ਗੁਰੂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਇੱਕ ਓਂਕਾਰ ਸ਼ਬਦ ਗੁਰੂ ਚੱਲਿਆ, ਫਿਰ ਪਰੰਪਰਾ ਸਾਡੀ ਤੇ ਹੈ ਨਾ। ਤੇ ਸਭ ਤੋਂ ਵੱਡੀ ਪਰੰਪਰਾ ਤੇ ਮੋਹਰ ਲਾ ਦਿੱਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਜਦੋਂ ਨੰਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿਰ ਝੁਕਾ ਕੇ ਮੱਥਾ ਟੇਕ ਕੇ ਗੱਲ ਕਹੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਅੱਜ ਤੋਂ ਇਹੀ ਹੈ ਸਾਰਾ ਕੁਝ ਤੁਹਾਡਾ, ਇਹਦੇ ਮੁਤਾਬਕ ਚੱਲਿਓ, ਇਹਦੇ ਅੱਗੇ ਅਰਦਾਸ ਕਰਿਓ, ਇਹ ਜਿਵੇਂ ਹੁਕਮ ਕਰੇ ਉਸੇ ਹੁਕਮ ਦੇ ਮੁਤਾਬਕ ਤੁਰਿਓ। ਗੁਰੂ ਰਹਿਮਤ ਕਰਿਆ ਬੇਸ ਸਾਡੀ ਸਮਝ ਆ ਜਾਏ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੁਸੀਂ ਬੇਸ ਛੱਡਿਆ ਹੋਇਆ। ਮੈਂ ਤੇ ਉਹਨਾਂ ਦੀ ਤਲਾਸ਼ ਵਿੱਚ ਹੈ ਜਿਹੜੇ ਗੁਰੂ ਨੂੰ ਮੁੱਖ ਰੱਖ ਕੇ ਚੱਲ ਰਹੇ, ਬੇਸ ਜਿਨ੍ਹਾਂ ਦੇ ਕੋਲ ਹੈ। ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ। ਉਹਨਾਂ ਗੁਰਮੁਖਾਂ ਦਾ ਦਰਸ਼ਨ, ਉਹਨਾਂ ਦਾ ਗਿਆਨ, ਉਹਨਾਂ ਦਾ ਫਲਸਫਾ, ਉਹਨਾਂ ਦੇ ਜੀਵਨ ਦਾ ਵਿਚਾਰਧਾਰਾ ਜਿਹੜੀ ਹੈ ਉਹ ਦੇਖਣ ਵਾਸਤੇ, ਉਹ ਫਲਸਫਾ ਦੇਖਣ ਵਾਸਤੇ, ਉਹ ਦਰਸ਼ਨ ਦੇਖਣ ਵਾਸਤੇ। ਦਰਸ਼ਨ ਦਾ ਅਰਥ ਇਹ ਨਹੀਂ ਵੀ ਅੱਖਾਂ ਨਾਲ ਉਹਨਾਂ ਨੂੰ ਦੇਖਣ ਦੀ ਗੱਲ ਕੀਤੀ ਹੈ। ਦਰਸ਼ਨ ਦਾ ਅਰਥ ਕੀ ਹੈ? ਦਰਸ਼ਨ ਦਾ ਅਰਥ ਹੈ ਫਲਸਫਾ। ਖਟ ਦਰਸ਼ਨ ਸ਼ਬਦ ਆਉਂਦਾ ਹੈ, ਜਿਹੜੇ ਛੇ ਸ਼ਾਸਤਰ ਨੇ ਉਹਨਾਂ ਨੂੰ ਖਟ ਦਰਸ਼ਨ ਕਹਿੰਦੇ ਨੇ। ਦਰਸ਼ਨ ਆਪਾਂ ਕਹਿੰਦੇ ਫਲਾਣਾ ਬੜਾ ਵੱਡਾ ਦਾਰਸ਼ਨਿਕ ਹੈ। ਦਾਰਸ਼ਨਿਕ ਕਿਹਨੂੰ ਕਹਿੰਦੇ? ਫਿਲਾਸਫਰ ਨੂੰ। ਫਲਸਫੇ ਦਾ, ਫਿਲਾਸਫੀ ਜਿਹਨੂੰ ਜਾਣਦਾ, ਜਿਹੜਾ ਬੜਾ ਵੱਡਾ ਫਿਲਾਸਫਰ, ਉਹਨੂੰ ਦੂਜੀ ਭਾਸ਼ਾ ਦਾਰਸ਼ਨਿਕ ਕਹਿ ਦਿੱਤਾ ਜਾਂਦਾ ਹੈ। ਉਹਨਾਂ ਦੇ ਵਿਚਾਰਤਾ, ਕਿਉਂਕਿ ਇੱਥੇ ਖੇਡ ਹੀ ਵਿਚਾਰ ਦੀ ਹੈ। ਜੇ ਦੇਖਣ ਦੀ ਗੱਲ ਹੋਵੇ ਤੇ ਗੁਰੂ ਸਾਹਿਬ ਦਾ ਫਿਰ ਆਹ ਸ਼ਬਦ ਚੇਤੇ ਕਰ ਲਿਆ ਕਰੋ। ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਅੱਗੇ ਕੀ ਕਿਹਾ ਜੀ? ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ। ਇਸ ਲਈ ਬਚਨਾ ਸਭ ਸੈ ਉੱਪਰ, ਸਭ ਤੋਂ ਸੁਪਰੀਮ ਕੀ ਹੈ? ਸਭ ਸੈ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਵਧੋ ਨਾ ਸਗਲੀ ਸ਼ਾਰ। ਮੈਂ ਹੋਰ ਕੁਛ ਨਹੀਂ ਬੋਲਦਾ, ਬਾਕੀ ਸਭ ਇਹਦੇ ਸਾਹਮਣੇ ਸ਼ਾਰ ਹੈ। ਭਾਵ ਤੱਤ ਤੋਂ ਹੀ ਨੇ। ਜਿਵੇਂ ਲੱਸੀ ਵਿੱਚੋਂ ਤੱਤ ਬਾਹਰ ਕੱਢ ਲਿਆ ਜਾਂਦਾ ਹੈ, ਜਿਹਨੂੰ ਮੱਖਣ ਕਹਿ ਦਿੱਤਾ ਜਾਂਦਾ, ਬਾਕੀ ਸਾਰੇ ਉਹ ਨੇ ਜਿਨ੍ਹਾਂ 'ਚ ਤੱਤ ਹੈ ਹੀ ਨਹੀਂ। ਹੁਣ ਲੱਸੀ ਨੂੰ ਕੋਈ ਰਿੜਕੀ ਜਾ ਕੇ ਮੱਖਣ ਮਿਲੇ? ਕਦੇ ਨਹੀਂ ਮਿਲੇਗਾ। ਦੁੱਧ ਨੂੰ ਰਿੜਕਿਆ ਮੱਖਣ ਮਿਲਦਾ ਹੈ, ਜਿਹਦੇ ਵਿੱਚ ਤੱਤ ਹੀ ਹੈ ਨਹੀਂ, ਉੱਥੋਂ ਤੱਤ ਕਿੱਥੋਂ ਮਿਲੇਗਾ? ਬਾਕੀ ਜੋ ਵੀ ਅਸੀਂ ਕਰਮ ਕਾਂਡ ਕਰਦੇ ਧਰਮ ਦੇ ਨਾਂ ਤੇ, ਉਹ ਲੱਸੀ ਰਿੜਕਣਾ ਹੈ। ਤੱਤ ਕੀ ਹੈ? ਜਿਹੜਾ ਗੁਰੂ ਦੇ ਸ਼ਬਦ ਨੂੰ ਵਿਚਾਰ ਕਰਨਾ। ਸਾਚ ਵਖਰ ਕੇ ਹਮ ਵਣਜਾਰੇ। ਉਹਨਾਂ ਨੇ ਸਵਾਲ ਕੀਤਾ ਸੀ ਨਾ ਵੀ ਤੁਸੀਂ ਕਿਹੜੇ ਸਮਾਨ ਦੇ ਵਣਜ ਕਰਨ ਲਈ ਆਏ ਜੇ? ਵੱਖਰ ਦਾ ਅਰਥ ਹੁੰਦਾ ਸੌਦਾ, ਸਮਾਨ। ਗੁਰੂ ਸਾਹਿਬ ਜੀ ਕਹਿਣ ਲੱਗੇ ਸੱਚਾ। ਸੱਚ ਦਾ ਸੱਚਾ ਕੀ ਹੈ? ਅਕਾਲ ਪੁਰਖ ਪਰਮਾਤਮਾ ਦਾ ਰੱਬੀ ਨਾਮ। ਅਸੀਂ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਵਣਜ ਕਰਨ ਆਏ ਹਾਂ। ਇਸ ਲਈ ਬਚਨ ਹੁੰਦਾ ਹਰ ਕੇ ਨਾਮ ਕੇ ਵਿਆਪਾਰੀ। ਨਾਮ ਦਾ ਵਣਜ ਕਰਨਾ। ਇਹ ਜਿਹੜਾ ਕੀਰਤਨ ਭੈਣ ਜੀ ਕਰਕੇ ਗਏ ਨੇ, ਆਪਾਂ ਸ਼ਬਦ ਵਿਚਾਰ ਕਰ ਰਹੇ ਹਾਂ ਜਾਂ ਨਿਤਨੇਮ ਜੋ, ਇਹ ਕੀ ਹੈ?
ਇਹ ਨਾਮ ਦਾ, ਇਹ ਰੱਬੀ ਬਾਣੀ ਦਾ ਹੀ ਇੱਕ ਦੂਜੇ ਦੇ ਨਾਲ ਆਦਾਨ ਪ੍ਰਦਾਨ ਹੋ ਰਿਹਾ। ਜੋ ਉਹਨਾਂ ਦੇ ਕੋਲ ਗੁਰਬਾਣੀ ਦਾ ਕੀਰਤਨ ਹੈ, ਉਹਨਾਂ ਨੇ ਸਾਨੂੰ ਪ੍ਰਦਾਨ ਕੀਤਾ। ਇਸੇ ਤਰ੍ਹਾਂ ਸਾਰੇ ਆਦਾਨ ਪ੍ਰਦਾਨ ਹੀ ਚੱਲ ਰਿਹਾ। ਇਹਨੂੰ ਕਹਾਂਗੇ ਨਾਮ ਦਾ ਵਣਜ ਹੈ। ਸਿੱਖ ਗੁਰੂ ਕੋਲ ਆਉਂਦਾ ਹੀ ਵਣਜ ਕਰਨ ਵਾਸਤੇ ਹੈ। ਉਹ ਗੁਰੂ ਦੇ ਕੋਲ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਝ ਕਰਾਵੇਂ। ਹਰ ਨਾਮ ਵਣੰਜਾ ਹੈ ਰੰਗ ਸਿਉ ਲਾਹਾ ਹਰ ਨਾਮ ਲੈ ਜਾਵੇਂ। ਗੁਰਸਿੱਖ ਗੁਰੂ ਕੋਲ ਆਉਂਦਾ ਹੈ। ਗੁਰੂ ਰੱਬੀ ਗੁਣਾਂ ਦਾ ਬੋਹਲ ਹੈ। ਬੋਹਲ ਦਾ ਅਰਥ ਜਾਣਦੇ? ਜਿਸ ਤਰ੍ਹਾਂ ਦਾਣਿਆਂ ਦਾ ਢੇਰ ਹੁੰਦਾ ਹੈ, ਜਿੱਥੇ ਅਣਗਿਣਤ ਦਾਣੇ ਹੁੰਦੇ ਨੇ। ਰੱਬੀ ਗੁਣਾਂ ਦਾ ਖਜ਼ਾਨਾ ਹੈ ਗੁਰੂ। ਤੇ ਸਿੱਖ ਗੁਰੂ ਕੋਲ ਆਉਂਦਾ ਹੈ ਵਡਭਾਗੀ ਸਿੱਖ, ਵੱਡਿਆ ਭਾਗਾਂ ਵਾਲਾ ਸਿੱਖ ਹੈ। ਗੁਣ ਸਾਂਝ ਕਰਾਵੇ, ਉਹਨਾਂ ਗੁਣਾਂ ਨਾਲ ਭਿਆਲੀ ਪਾਉਂਦਾ ਹੈ। ਭਿਆਲੀ ਦਾ ਅਰਥ ਕੀ ਹੁੰਦਾ? ਪਹਿਲੇ ਸਮਿਆਂ 'ਚ ਨਾ ਸਾਰਾ ਸਾਲ ਦੁਕਾਨਦਾਰ ਕੋਲ ਸੌਦਾ ਲਈ ਜਾਣਾ, ਬਾਅਦ ਵਿੱਚ ਉਹ ਜਿੰਨੇ ਦਾ ਬਣਿਆ ਉਹਦੇ ਏਵਜ ਵਿੱਚ ਉਹਨੂੰ ਦਾਣੇ ਦੇ ਦੇਣੇ। ਅਦਾ ਇਸ ਤਰੀਕੇ ਦੇ ਨਾਲ ਉਹਨਾਂ ਨਾਲ ਕਰ ਲੈਣੀ। ਜਾਂ ਕਈ ਵਾਰ ਖੇਤੀ ਬੀਜਣੀ ਤੇ ਕਹਿਣਾ ਵੀ ਹਾਂ ਤੂੰ ਬੀਜ ਦੇ ਤੇ ਤੇਰੀ ਭਿਆਲੀ ਵਿੱਚ ਪਾ ਲੈਂਦੇ ਆ। ਪਾਉਲ ਉਹ ਸਾਂਝ ਉਹਦੇ ਵਿੱਚ ਪਾ ਲੈਣੀ। ਕਿਸ ਤਰ੍ਹਾਂ ਸਾਂਝ ਪੈਂਦੀ ਹੈ? ਵਡਭਾਗੀ ਸਿੱਖ ਗੁਣ ਸਾਂਝ ਕਰਾਵੇਂ। ਕਿਵੇਂ ਸਾਂਝ ਪਾਉਂਦੇ? ਹਰ ਨਾਮ ਵਣੰਜਹਿ ਰੰਗ ਸਿਉ। ਰੰਗ ਦਾ ਅਰਥ ਹੁੰਦਾ ਹੈ ਪਿਆਰ। ਉਹ ਬੜੇ ਪਿਆਰ ਦੇ ਨਾਲ ਪਰਮਾਤਮਾ ਦੇ ਨਾਮ ਰੂਪ ਦਾ ਵਣਜ, ਨਾਮ ਦਾ ਸੌਦਾ ਗੁਰੂ ਕੋਲੋਂ ਆ ਕੇ ਲੈਂਦੇ ਆ। ਹਰ ਨਾਮ ਵਣੰਜਹਿ ਰੰਗ ਸਿਉ ਫਿਰ ਲਾਹਾ ਹਰ ਨਾਮ ਲੈ ਜਾਵੇਂ। ਗੁਰੂ ਦੇ ਕੋਲੋਂ ਪਰਮਾਤਮਾ ਦੇ ਰੱਬੀ ਨਾਮ ਦਾ ਲਾਹਾ ਲੈ ਕੇ ਜਾਂਦੇ। ਮੈਂ ਬਹੁਤ ਐਸੇ ਸੂਝਵਾਨ ਗੁਰਸਿੱਖ ਵੀ ਦੇਖੇ ਨੇ ਜਿਹੜੇ ਜਦੋਂ ਅਰਦਾਸ ਕਰਦੇ ਨੇ ਨਾ, ਉਹ ਕੀ ਕਹਿੰਦੇ ਨੇ? ਸੱਚੇ ਪਾਤਸ਼ਾਹ, ਜਿੰਨੀ ਵੀ ਗੁਰਸਿੱਖ ਸੰਗਤ ਤੁਹਾਡੇ ਦਰ 'ਤੇ ਆਈ, ਸਭਨਾਂ ਦੇ ਜੀਵਨ ਰੂਪੀ ਝੋਲੀ ਵਿੱਚ ਨਾਮ ਦੀ ਦਾਤ ਬਖਸ਼। ਨਾਮਦਾਨ ਅਰਦਾਸ ਵਚਨ ਵੀ ਪੜ੍ਹਦੇ, ਨਾਮਦਾਨ। ਗੁਰੂ ਰਹਿਮਤ ਕਰੇ ਕਿਤੇ ਦਾਤ ਮਿਲ ਜਾਵੇ। ਮੰਗੋ ਦਾਨ। ਕਿਹੜਾ ਦਾਨ ਮੰਗਣਾ ਹੈ? ਮੰਗੋ ਦਾਨ ਠਾਕੁਰ ਨਾਮ। ਮਾਲਕ ਦੇ ਨਾਮ ਦਾ ਦਾਨ ਮੰਗਣਾ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ ਹੈ ਮੇਰੇ ਦਿਲ ਦੀ ਚਾਹਨਾ। ਮੇਰੇ ਦਿਲ ਦੀ, ਆਪਾਂ ਕਹਿੰਦੇ ਫਲਾਣੇ ਨੇ ਵੀ ਮੇਰੀ ਚਾਹਨਾ, ਤੂੰ ਕੀ ਚਾਹੁੰਦਾ? ਚਾਹਤ। ਮੇਰੇ ਦਿਲ ਦੀ ਇਹੀ ਚਾਹਤ ਹੈ, ਮੈਨੂੰ ਕਦੇ ਜ਼ਿੰਦਗੀ 'ਚ ਵਿਸਰੀ ਨਾ, ਭੁੱਲ ਨਾ ਜਾਵੇ ਕਿਤੇ। ਕਿਉਂਕਿ ਜਦੋਂ ਹੇ ਵਾਹਿਗੁਰੂ ਤੇਰਾ ਨਾਮ ਜੀਵਨ 'ਚੋਂ ਭੁੱਲ ਜਾਂਦਾ ਹੈ, ਨਾਮ ਬਿਨਾ ਨਾ ਜੀਵਿਆ ਜਾਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮਹਿ ਰੋਗ। ਜਿਹੜੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੰਦੇ ਨੇ ਤੇ ਦੁਨੀਆ ਦੇ ਰੰਗਾਂ ਰਸਾਂ 'ਚ ਮਸਤ ਹੋ ਜਾਂਦੇ ਨੇ, ਗੁਰੂ ਜੀ ਕਹਿੰਦੇ ਸੁਪਨੇ 'ਚ ਵੀ ਸੁੱਖ ਨਹੀਂ ਉਹਨਾਂ ਦੇ ਫਿਰ ਹੁੰਦਾ। ਗੁਰੂ ਬਖਸ਼ਿਸ਼ ਕਰੇ, ਸਮਝ ਆ ਜਾਵੇ ਸਾਨੂੰ ਕਿਤੇ। ਖੈਰ, ਸਮਾਪਤੀ ਵਾਲੇ ਪਾਸੇ ਆਈਏ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਸਾਚ ਵਖਰ ਕੇ ਹਮ ਵਣਜਾਰੇ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਵਣਜ ਕਰਨ ਵਾਲੇ ਗੁਰਮੁਖਾਂ ਨਾਲ ਬੈਠਾਂਗੇ ਤੇ ਨਾਮ ਦੇ ਰੱਬੀ ਗੁਣਾਂ ਦੀ ਸਾਂਝ ਪਾਵਾਂਗੇ। ਕੋਈ ਰੱਬ ਦੀ ਗੱਲ ਇੱਕ ਦੂਜੇ ਨਾਲ ਸਾਂਝੀ ਕਰਾਂਗੇ। ਮੈਂ ਐਸੇ ਵੀ ਕਈ ਸੱਜਣ ਵੇਖੇ ਨੇ ਜਿੱਤੇ ਜੋ ਕਿਤੇ ਮਿਲਦੇ ਆ ਨਾ, ਭਾਈ ਸਾਹਿਬ ਜੀ ਇਹ ਸ਼ਬਦ ਦਾ ਥੋੜ੍ਹਾ ਜਿਹਾ ਦੱਸਿਓ, ਕਿਸ ਤਰ੍ਹਾਂ ਆਪਾਂ ਭਲਾ ਇਹਦਾ ਅਰਥ ਕੀ ਬਣਦਾ, ਇਹਦਾ ਭਾਵ ਕੀ ਬਣਦਾ। ਕਈ ਵਾਰ ਅਸੀਂ ਪੁੱਛਦੇ ਹਾਂ ਵੀ ਇਹਦਾ ਥੋੜ੍ਹਾ ਜਿਹਾ ਭਾਵ ਦੱਸਿਓ, ਜੇ ਕੋਈ ਵਧੀਆ ਸਾਨੂੰ ਸੂਝਵਾਨ ਵਿਦਵਾਨ ਸੱਜਣ ਦਿਸ ਤਰ੍ਹਾਂ। ਮੈਂ ਤੇ ਬਹੁਤ ਸਾਰੇ ਚੰਗੇ ਪੁਰਸ਼ਾਂ ਦੀਆਂ ਜੀਵਨੀਆਂ ਪੜ੍ਹਦਾ ਹਾਂ। ਕਈ ਵਾਰ ਕੀ ਹੁੰਦਾ ਕਿ ਕਿਸੇ ਦੇ ਜੀਵਨ ਦੀ ਕੋਈ ਇਹੋ ਜਿਹੀ ਘਟਨਾ, ਜੀਵਨ ਦਾ ਕੋਈ ਇਹੋ ਜਿਹਾ ਮੋਤੀ ਕੀਮਤੀ ਹੁੰਦਾ ਹੈ ਜਿਹੜਾ ਸਾਡੇ ਜੀਵਨ 'ਚ ਕੰਮ ਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸ਼ਬਦ ਹੈ, ਭਗਤ ਧੰਨਾ ਜੀ ਦੇ ਪਰਥਾਏ। ਉਹਨਾਂ ਨੇ ਇਹੀ ਬਚਨ ਕਿਹਾ ਹੈ, ਕਹਿੰਦੇ ਭਗਤ ਧੰਨਾ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਰੱਬੀ ਮਿਲਾਪ ਹਾਸਲ ਕਿਵੇਂ ਕੀਤਾ?
ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੇ 4 ਰੱਬ ਦੇ ਪਿਆਰਿਆਂ ਦੇ ਜੀਵਨੀ ਨੂੰ ਸੁਣਿਆ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਭਗਤ ਨਾਮਦੇਵ ਜੀ ਦੀ ਜੀਵਨੀ ਸੁਣੀ, ਕਿਸ ਤਰੀਕੇ ਨਾਲ ਉਹ ਕੱਪੜੇ ਸ਼ਾਇਦ ਜਿਹੜੇ ਨੇ ਉਹ ਸਿਉਂਦੇ ਨੇ ਤੇ ਰੱਬ ਦੇ ਨਾਲ ਜੁੜੇ ਹੋਏ ਨੇ। ਕਬੀਰ ਜੀ ਬਾਰੇ ਸੁਣਿਆ, ਭਗਤ ਰਵਿਦਾਸ ਜੀ ਬਾਰੇ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਭਗਤ ਸੈਣ ਜੀ ਬਾਰੇ ਸੁਣਿਆ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਬੁਤਕਾਰੀਆ ਕਹਿੰਦੇ ਇਸ ਤਰ੍ਹਾਂ ਫਿਜ਼ੀਓਥੈਰੇਪੀ, ਅੱਜ ਕੱਲ੍ਹ ਫਿਜ਼ੀਓਥੈਰੇਪੀ ਕਹਿ ਸਕਦੇ ਆਪਾਂ ਅੱਜ ਦੀ ਭਾਸ਼ਾ ਵਿੱਚ। ਉਹਨੂੰ ਭਾਵ ਉਹ ਇਹ ਕਿਰਤ ਕਰਦੇ ਨੇ। ਤੇ ਅੱਗੇ ਕੀ ਕਿਹਾ ਜਾ ਕੇ, ਇਹ ਵਿਧ ਸੁਣ ਕੇ ਜਾਟ ਰੋ। ਜਾਟ ਰੋ ਦਾ ਕੀ, ਕਿਸਾਨ, ਖੇਤੀ ਕਰਨ ਵਾਲਾ। ਵਿਧ ਦਾ ਅਰਥ ਤਰੀਕਾ, ਵਿਧੀ। ਜਦੋਂ ਉਹਨਾਂ 4 ਭਗਤਾਂ ਵਾਲੀ ਵਿਧੀ ਉਹਨੇ ਸੁਣੀ ਕਿ ਉਹ ਕਿਰਤ ਕਰਦਿਆਂ ਹੋਇਆ ਪਰਮੇਸ਼ਰ ਦੀ ਭਗਤੀ ਦੇ ਵਿੱਚ ਜੁੜੇ ਹੋਏ, ਰੱਬ ਨਾਲ ਇਕਮਿਕ ਹੋਏ ਨੇ। ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਹੋਇਆ ਕੀ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਕਈ ਵਾਰ ਅਸੀਂ ਜਦੋਂ ਉਹ ਜੀਵਨੀਆਂ ਪੜ੍ਹਦੇ ਹਾਂ, ਸੁਣਦੇ ਹਾਂ, ਉਹਨਾਂ ਦੇ ਬੜੇ ਖੂਬਸੂਰਤ ਕੋਈ ਇਹੋ ਜਿਹੇ ਜੀਵਨ ਦੇ ਰੰਗ ਹੁੰਦੇ ਨੇ ਜਿਹੜੇ ਸਾਡਾ ਵੀ ਜੀਵਨ ਬਦਲ ਕੇ ਰੱਖ ਦਿੰਦੇ ਨੇ। ਆਪਾਂ ਗੁਰ ਇਤਿਹਾਸ, ਗੁਰੂ ਸਾਹਿਬਾਨਾਂ ਦੇ ਜੀਵਨ, ਸਾਹਿਬਜ਼ਾਦਿਆਂ ਦੇ ਜੀਵਨ ਪੜ੍ਹਦੇ ਸੁਣਦੇ ਕਾਹਦੇ ਲਈ? ਉਹ ਰੰਗ ਜਿਹੜੇ ਨੇ ਸਾਡੀ ਸਮਝ 'ਚ ਆ ਜਾਣ, ਸਾਡਾ ਜੀਵਨ ਵੀ ਬਦਲ ਜਾਵੇ। ਭਾਈ ਸਾਹਿਬ, ਭਾਈ ਗੁਰਦਾਸ ਜੀ, ਭਾਈ ਮਰਦਾਨਾ ਜੀ, ਭਾਈ ਮਤੀ ਦਾਸ, ਕਿੰਨੇ ਬੇਅੰਤ ਨੇ, ਹਜ਼ਾਰਾਂ ਹੀ ਨੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਸਾਚ ਵੱਖਰ ਕੇ ਹਮ ਵਣਜਾਰੇ। ਮੈਂ ਗੁਰਮੁਖਾਂ ਦੀ ਤਲਾਸ਼ ਵਿੱਚ ਇਸ ਕਰਕੇ ਹਾਂ ਕਿ ਜੋ ਵਾਹਿਗੁਰੂ ਪਰਮਾਤਮਾ ਦੇ ਰੱਬੀ ਗੁਣਾਂ ਦੀ ਸਾਂਝ ਹੈ ਉਹ ਉਹਨਾਂ ਦੇ ਨਾਲ ਸਾਂਝੀ ਕਰਾਂ। ਨਾਮ ਦੀ ਸਾਂਝ ਸਾਂਝੀ ਹੋਵੇ। ਆਪਾਂ ਅਰਦਾਸ ਵਿੱਚ ਨਾ ਇੱਕ ਦਾਤ ਜ਼ਰੂਰ ਮੰਗਦੇ ਹਾਂ, ਅਰਦਾਸ ਚਾਹੇ ਕਿਸੇ ਪ੍ਰਥਾਏ ਵੀ ਹੋਵੇ। ਅਖੀਰ ਵਿੱਚ ਕੀ ਕਹਿੰਦੇ, ਸੇਈ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ। ਹੇ ਵਾਹਿਗੁਰੂ, ਹੇ ਅਕਾਲ ਪੁਰਖ, ਜਿਨ੍ਹਾਂ ਨੂੰ ਮਿਲੀਏ ਤੇਰਾ ਨਾਮ ਚੇਤਾ ਜੀ, ਐਸੇ ਗੁਰਮੁਖ ਜੀਵਨ ਵਿੱਚ ਮੇਲ। ਗੁਰੂ ਬਖਸ਼ਿਸ਼ ਕਰੇ। ਖੈਰ ਹਜੂਰ ਜੀ ਬਖਸ਼ਿਸ਼ ਕਰਦੇ, ਕਹਿੰਦੇ ਸਾਚ ਵੱਖਰ ਕੇ ਹਮ ਵਣਜਾਰੇ। ਉਹਨਾਂ ਸਵਾਲ ਕੀਤਾ ਸੀ ਨਾ, ਆਪਣੇ ਸੰਗਤ ਤੁਹਾਡੀ, ਸਾਥੀ ਤੁਹਾਡੇ, ਇਹਨਾਂ ਨੂੰ ਪਾਰ ਉਤਾਰਾ ਕਿਵੇਂ ਕਰੋਗੇ ਤੁਸੀਂ? ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਨਾਨਕ ਗੁਰਮੁਖ ਉਤਰਸ ਪਾਰੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿੰਦੇ ਜਿਹੜੇ ਵੀ ਗੁਰੂ ਨੂੰ ਮੁੱਖ ਰੱਖ ਕੇ ਜੀਵਨ ਜਿਉਣਗੇ, ਭਾਵ ਗੁਰੂ ਆਸ਼ੇ ਮੁਤਾਬਕ ਜੀਵਨ ਜਿਉਣਗੇ, ਗੁਰੂ ਦੀ ਸਿੱਖਿਆ ਮੁਤਾਬਕ ਜੀਵਨ ਜਿਉਣਗੇ, ਉਤਰਸ ਪਾਰੇ, ਉਹ ਜੀਵਨ ਪਾਰ ਉਤਰ ਜਾਣਗੇ। ਉਹ ਜੀਵਨ ਕਦੇ ਭਵ ਸਾਗਰ ਵਿੱਚ ਡੁੱਬਣਗੇ ਨਹੀਂ, ਭਵ ਸਾਗਰ ਵਿੱਚ ਗੋਤੇ ਨਹੀਂ ਖਾਣਗੇ। ਇੱਥੇ ਸਮਾਪਤੀ ਕਰਦੇ ਹਾਂ। ਇਸ ਤੋਂ ਅਗਲੀ ਜਿਹੜੀ ਵਿਚਾਰ ਹੈ 18 ਮਈ ਨੂੰ ਫਿਰ ਆਪਾਂ ਇਸੇ ਤਰ੍ਹਾਂ ਇਕੱਤਰ ਹੋਵਾਂਗੇ, ਸਤਿਗੁਰੂ ਬਖਸ਼ਿਸ਼ ਕਰਨ, ਅਤੇ ਬਾਕੀ ਅਗਲੀ ਵਿਚਾਰ ਫਿਰ ਆਪਾਂ ਉਦੋਂ ਸਾਂਝੀ ਕਰਾਂਗੇ ਜੀ। ਇੱਥੇ ਸਮਾਪਤੀ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ। ਪਿਆਰ ਵਿੱਚ ਭਿੱਜ ਕੇ ਰਸਨਾ ਦੀ ਸਾਂਝ ਪਾਉਂਦਿਆਂ ਹੋਇਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।